ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ। ਵਾਲੀਏ ਕੁਲ ਆਲਮ, ਸ਼ਾਹੇ ਸ਼ਹਿਨਸ਼ਾਹ, ਬਾਦਸ਼ਾਹਾਂ ਦੇ ਬਾਦਸ਼ਾਹ। ਸਾਹਿਬ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੁਭਾਇਮਾਨ ਸਮੂਹ ਗੁਰੂ ਰੂਪ, ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ। ਆਪ ਜੀ ਨੇ ਗੁਰੂ ਘਰ ਦੇ ਰਾਗੀ ਸਿੰਘਾਂ ਕੋਲੋਂ ਆਸਾ ਕੀ ਵਾਰ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਲੜੀਵਾਰ ਗੁਰ ਵਿਚਾਰ, ਸ਼ਬਦ ਦੀ ਵਿਚਾਰ ਜੋ ਆਪ ਜੀ ਸਰਵਣ ਕਰਦੇ ਹੋ, ਉਸ ਲੜੀ ਦੇ ਤਹਿਤ ਅੱਜ ਦੀ ਵਿਚਾਰ, ਸ਼ਬਦ ਦੀ ਵਿਚਾਰ ਆਪ ਜੀ ਦੇ ਸਮਕਸ਼ ਰੱਖਣ ਦਾ ਦਾਸ ਨੇ ਨਿਮਾਣਾ ਜਿਹਾ ਯਤਨ ਕਰਨਾ ਹੈ। ਆਪ ਜੀ ਭਾਵਨਾ ਔਰ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਆਓ ਅੱਜ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਸਹਿਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਨੇਮ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਾ ਪ੍ਰਤੀ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਹੋ। ਨੇਮ ਵੀ ਪ੍ਰੇਮ ਤੋਂ ਬਿਨਾਂ ਨਹੀਂ ਪੁੱਗਦਾ। ਜਿੱਥੇ ਪ੍ਰੇਮ ਹੋਵੇ ਨੇਮ ਉਹੀ ਨਿਭਾ ਸਕਦਾ ਹੈ। ਪ੍ਰੇਮ ਤੋਂ ਬਿਨਾਂ ਨੇਮ ਨਿਭ ਹੀ ਨਹੀਂ ਸਕਦਾ। ਇਹ ਮਤ ਭੁਲੇਖਾ ਰੱਖਣਾ ਕਿ ਸ਼ਾਇਦ ਲਗਾਤਾਰ ਨੇਮ ਨਿਭਾ ਲਵਾਂਗੇ, ਨਿਭਾਏਗਾ ਉਹ ਜਿਹੜਾ ਪ੍ਰੇਮ ਅੱਜ ਦੀਆਂ ਇੱਛਾਵਾਂ ਰੱਖਣ ਵਾਲਾ ਬੰਦਾ ਨੇਮੀ ਨਹੀਂ ਹੋ ਸਕਦਾ। ਉਹ ਓਨੀ ਦੇਰ ਗੁਰੂ ਘਰ ਦੇ ਵਿੱਚ ਆ ਰਿਹਾ ਹੈ ਜਿੰਨੀ ਦੇਰ ਕੋਈ ਨਾ ਕੋਈ ਮੰਗ ਪੂਰੀ ਨਹੀਂ ਹੋਈ। ਜਿਸ ਦਿਨ ਮੰਗ ਪੂਰੀ ਹੋ ਗਈ ਉਹਨੂੰ ਫਿਰ ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਪਿਆਰੀ ਸੀ, ਦਾਤ ਮਿਲ ਗਈ ਹੈ, ਦਾਤ ਮਿਲ ਗਈ ਹੈ ਤੇ ਹੁਣ ਦਾਤਾਰ ਭੁੱਲ ਗਿਆ ਹੈ, ਦਾਤਾਰਾ ਭੁੱਲ ਗਿਆ ਹੈ। ਪ੍ਰੇਮ ਜਿਹਨੇ ਦਿੱਤੀ ਹੈ ਉਹਦੇ ਨਾਲ ਨਹੀਂ ਪਿਆ, ਦਾਤ ਨਾਲ ਪੈ ਗਿਆ। ਪ੍ਰੇਮੀ ਬੰਦਾ, ਪ੍ਰੇਮ ਸੁਭਾਅ ਵਾਲਾ ਬੰਦਾ, ਜਿਹਦਾ ਪ੍ਰੇਮ ਹੋਵੇਗਾ ਨੇਮ ਉਹਦਾ ਹੀ ਹੋਵੇਗਾ। ਅੰਮ੍ਰਿਤ ਵੇਲੇ ਦਾ ਨੇਮ ਵੀ ਪ੍ਰੇਮ ਰੱਖਣ ਵਾਲਿਆਂ ਦਾ ਹੁੰਦਾ ਹੈ। ਦੁਨਿਆਵੀ ਲਾਲਸਾਵਾਂ ਰੱਖਣ ਵਾਲੇ ਅੰਮ੍ਰਿਤ ਵੇਲੇ ਦਾ ਨੇਮ ਵੀ ਨਹੀਂ ਨਿਭਾ ਸਕਦੇ। ਪ੍ਰੇਮ ਦੀ ਖੇਡ ਵੇਖਣੀ ਹੈ ਤੇ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖ ਲਓ। ਬੜੇ ਵੱਡੇ ਪ੍ਰੇਮ ਦੀ ਖੇਡ ਦੇ ਉੱਪਰ ਚੱਲਣ ਵਾਲੇ ਸੂਲੀ ਤੇ ਚੜ੍ਹ ਗਏ, ਪਰ ਉਹਨਾਂ ਨੇ ਪ੍ਰੇਮ ਦੇ ਰੰਗ ਦੇ ਵਿੱਚ ਕੋਈ ਫਿੱਕਾਪਨ ਆਉਣ ਨਹੀਂ ਦਿੱਤਾ, ਕਦੇ ਘੱਟ ਕੋਈ ਆਉਣ ਨਹੀਂ ਦਿੱਤੀ। ਦੁਨਿਆਵੀ ਤੌਰ 'ਤੇ ਅਸੀਂ ਵੇਖਦੇ ਹਾਂ ਵੱਡੇ ਪ੍ਰੇਮ ਗਥਾਵਾਂ ਜਦੋਂ ਅਸੀਂ ਪੜ੍ਹਦੇ ਹਾਂ, ਪਰ ਸਿੱਖ ਫਲਸਫੇ ਦੇ ਵਿੱਚ ਬੜੇ ਵੱਡੀਆਂ ਪ੍ਰੇਮ ਦੀਆਂ ਗਥਾਵਾਂ ਨੇ। ਆ ਜਿਸ ਸਥਾਨ 'ਤੇ ਅਸੀਂ ਬੈਠੇ ਹਾਂ, ਦੂਰ ਕੀ ਜਾਣਾ ਹੈ, ਇਸ ਸਥਾਨ 'ਤੇ ਇੱਕ ਪਾਸੇ ਆਰਾ, ਇੱਕ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ, ਇੱਕ ਪਾਸੇ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨੇ, ਆਜ਼ਾਦੀ ਹੈ, ਇੱਕ ਪਾਸੇ ਮੌਤ ਨਜ਼ਰ ਆਉਂਦੀ ਪਈ ਹੈ। ਜਲਾਦ ਬੇਸ਼ੱਕ ਪੁੱਛਦਾ ਵੀ ਪਿਆ ਹੈ, ਦੱਸ ਕੀ ਕਬੂਲ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਸੂਲੀ ਤੇ ਚੜ੍ਹਨਾ, ਸ਼ਹੀਦ ਹੋਣਾ, ਕਿ ਜਾਂ ਆਜ਼ਾਦੀ ਕਬੂਲ ਹੈ। ਦੁਨੀਆ ਦੀਆਂ ਦੌਲਤਾਂ ਕਬੂਲ ਨੇ, ਸੁੱਖ ਭਰੀ ਜ਼ਿੰਦਗੀ ਕਬੂਲ ਹੈ। ਪਰ ਪ੍ਰੇਮ ਵਾਲੇ ਨੇ ਕਿਹਾ ਕੀ ਹੈ, ਭਾਵੇਂ ਨਫਾ ਹੋਵੇ ਭਾਵੇਂ ਨੁਕਸਾਨ ਹੋਵੇ, ਪ੍ਰੇਮ ਰੱਖਣ ਵਾਲਾ ਇਹ ਨਹੀਂ ਵੇਖਦਾ। ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਆਸਾ ਕੀ ਵਾਰ ਦਾ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਆਸ਼ਿਕ ਕੌਣ ਹੈ, ਆਸ਼ਿਕ ਉਹ ਹੈ ਜਿਹੜਾ ਲੇਖੇ ਜੋਖੇ ਤੋਂ ਬਾਹਰ ਹੋ ਕੇ ਚੱਲਦਾ ਹੈ। ਆਸ਼ਿਕ ਉਸ ਨੂੰ ਨਹੀਂ ਕਿਹਾ ਜਾਂਦਾ ਜਿਹੜਾ ਲੇਖੇ ਜੋਖੇ ਕਰਨ ਲੱਗ ਪੈਂਦਾ ਹੋਵੇ। ਲੇਖੇ ਜੋਖੇ ਕਰਨ ਵਾਲਾ ਆਸ਼ਿਕ ਨਹੀਂ, ਉਹ ਤੇ ਸੁਦਾਗਰ ਹੋ ਸਕਦਾ ਹੈ। ਪ੍ਰੇਮ ਦੀ ਭਾਵਨਾ ਰੱਖਣ ਵਾਲਾ ਲੇਖੇ ਜੋਖੇ ਨਹੀਂ ਕਰਦਾ। ਕੀ ਨਫਾ ਹੋਇਆ ਹੈ, ਕੀ ਨੁਕਸਾਨ ਹੋਇਆ ਹੈ, ਕੀ ਮਿਲਿਆ ਹੈ, ਕੀ ਨਹੀਂ ਮਿਲਿਆ, ਉਹ ਤੇ ਪ੍ਰੇਮ ਦੀ ਧਾਰਾ ਦੇ ਵਿੱਚ ਰਹਿੰਦਾ ਵਹਿੰਦਾ ਹੋਇਆ, ਆਪਣੇ ਗੁਰੂ ਦੇ ਸੰਬੰਧੀ ਇੱਕ ਅਕੀਦਾ ਪੇਂਟ ਕਰਦਾ ਹੋਇਆ ਪ੍ਰੇਮ ਲੈ ਕੇ ਚੱਲਦਾ ਹੈ। ਇੱਥੇ ਪੁੱਛਿਆ ਗਿਆ ਸੀ ਸਿੱਖਾਂ ਨੂੰ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਰਹਿਣਾ ਹੈ ਕਿ ਜਾਂ ਦੁਨਿਆਵੀ ਸੁੱਖ ਸਹੂਲਤਾਂ ਮੰਨਣੀਆਂ ਨੇ, ਤੇ ਪ੍ਰੇਮ ਵਾਲਿਆਂ ਨੇ ਕਹਿ ਦਿੱਤਾ ਸੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਬੂਲ ਨੇ, ਸਾਨੂੰ ਸੁੱਖ ਸਹੂਲਤਾਂ ਕਬੂਲ ਨਹੀਂ।
ਇੱਥੇ ਭਾਈ ਮਤੀ ਦਾਸ ਵਰਗਿਆਂ ਨੇ ਕਹਿ ਦਿੱਤਾ ਸੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹੈ ਦਾਤਾ, ਮੈਨੂੰ ਇਹ ਆਰਾ ਤੇ ਚੰਗਾ ਲੱਗਦਾ ਹੈ, ਪਰ ਮੈਨੂੰ ਤੇਰਾ ਪਿੱਠ ਤੇਰੀ ਕਬੂਲ ਨਹੀਂ। ਮੈਨੂੰ ਆਰਾ ਕਬੂਲ ਹੈ, ਮੈਂ ਹੱਸਦਾ ਹੱਸਦਾ ਦੋ ਟੋਟੇ ਹੋ ਜਾਵਾਂਗਾ, ਪਰ ਮੈਨੂੰ ਤੇਰੀ ਪਿੱਠ ਕਬੂਲ ਨਹੀਂ। ਤੂੰ ਮੇਰੇ ਵੱਲ ਇੱਕ ਵਾਰ ਵੇਖ, ਇੱਕ ਵੱਲ ਝਾਤ ਮਾਰ, ਤੇਰਾ ਮੁਖ ਮੇਰੇ ਵੱਲ ਹੋਵੇ, ਮੇਰਾ ਮੁਖ ਤੇਰੇ ਵੱਲ ਹੋਵੇ, ਬਸ ਇਹੀ ਮੇਰੇ ਅੰਦਰ ਦੀ ਇੱਛਾ ਹੈ। ਜਲਾਦ ਨੇ ਵੀ ਕਹਿ ਦਿੱਤਾ ਸੀ ਕਿ ਇੱਕ ਨੁੱਕਰੇ ਖੜਾ ਜਲਾਦ ਆਖੇ, ਮਤੀ ਦਾਸ ਨਾ ਦੂਸਰੀ ਗੱਲ ਹੋਵੇ। ਆਖਰੀ ਇੱਛਾ ਹੀ ਤੇ ਦੱਸ ਕੋਈ, ਪੂਰੀ ਇਸੇ ਵੇਲੇ ਘੜੀ ਪਲ ਹੋਵੇ। ਮਤੀ ਦਾਸ ਮੋੜਵਾਂ ਜਵਾਬ ਦਿੱਤਾ, ਸਦਰ ਮੇਰੀ ਜੇ ਇੱਕ ਹੱਲ ਹੋਵੇ। ਜਦੋਂ ਮੇਰੇ ਸੀਸ ਉੱਤੇ ਚੱਲੇ ਯਾਰਾ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਇਹ ਹੈ ਪ੍ਰੇਮ ਦੀ ਖੇਡ, ਇਹ ਹੈ ਪ੍ਰੇਮ ਦੇ ਉੱਪਰ ਚੱਲਣ ਵਾਲਿਆਂ ਦੀ ਖੇਡ। ਆਸ਼ਿਕ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਆਸ਼ਿਕ ਇਹ ਨਾ ਆਖੀਆਂ ਲੇਖੇ ਵਰਤੇ ਸੋਏ। ਜਿਹੜਾ ਲੇਖਾ ਜੋਖਾ ਹੀ ਕਰਨ ਲੱਗ ਪਿਆ, ਉਹ ਕਾਹਦਾ ਆਸ਼ਿਕ ਹੋਇਆ। ਪ੍ਰੇਮ ਦੇ ਵਿੱਚ ਤੇ ਆਪਣਾ ਆਪ ਲਟਾਉਣਾ ਹੁੰਦਾ ਹੈ, ਪ੍ਰੇਮ ਦੇ ਵਿੱਚ ਤੇ ਆਪਣਾ ਆਪ ਅਰਪਣ ਕਰਨਾ ਹੁੰਦਾ ਹੈ। ਪ੍ਰੇਮ ਦੇ ਵਿੱਚ ਕੋਈ ਮੰਗ ਥੋੜਾ ਹੁੰਦੀ ਹੈ, ਪ੍ਰੇਮ ਦੇ ਵਿੱਚ ਕਦੇ ਮੰਗ ਨਹੀਂ ਹੋਇਆ ਕਰਦੀ। ਪ੍ਰੇਮ ਦੇ ਵਿੱਚ ਨਫਾ ਨੁਕਸਾਨ ਨਹੀਂ ਵੇਖਿਆ ਜਾਂਦਾ। ਪ੍ਰੇਮ ਦੀ ਧਾਰਾ ਜਦੋਂ ਵਹਿੰਦੀ ਹੈ, ਹਾਲਾਂਕਿ ਗੁਰਬਾਣੀ ਦੇ ਇਹ ਬੋਲ ਨੇ ਕਿ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਮੇਰੇ ਗੁਰੂ ਦੀ ਬੋਲੀ ਹੀ ਪ੍ਰੇਮ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਨੇਮ ਉਹਨਾਂ ਦਾ ਨਿਭਦਾ ਜਿਹੜੇ ਪ੍ਰੇਮ ਰੱਖਣ ਵਾਲੇ ਹੁੰਦੇ ਨੇ। ਇਸ ਗੱਲ ਨੂੰ ਪੱਕਾ ਕਰ ਲਓ, ਪ੍ਰੇਮੀ ਬੰਦਿਆਂ ਦਾ ਨੇਮ ਨਿਭਦਾ ਹੈ। ਇੱਥੇ ਗੁਰਮੁਖ ਪਿਆਰੇ ਬੜੇ ਆਉਂਦੇ ਨੇ, ਨੇਮੀ ਲਗਾਤਾਰ ਵੇਖੀਦੇ ਨੇ, ਪਰ ਪ੍ਰੇਮ ਦੀ ਭਾਵਨਾ ਰੱਖਣ ਵਾਲਾ ਨੇਮ ਨਿਭਾ ਸਕਦਾ ਹੈ। ਪ੍ਰੇਮ ਦੀ ਭਾਵਨਾ ਰੱਖਣ ਵਾਲਾ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਉੱਠ ਸਕਦਾ ਹੈ। ਪ੍ਰੇਮ ਦੇ ਨਾਲ ਚੱਲਣ ਵਾਲਾ ਨਿਤਾ ਪ੍ਰਤੀ ਗੁਰੂ ਘਰ ਦੇ ਵਿੱਚ ਆ ਸਕਦਾ ਹੈ, ਦੂਜਾ ਕੋਈ ਆ ਨਹੀਂ ਸਕਦਾ। ਸਾਰੀ ਖੇਡ ਪ੍ਰੇਮ ਦੀ ਹੈ। ਤੇ ਪ੍ਰੇਮ ਦੇ ਪ੍ਰਥਾਏ, ਪ੍ਰੇਮ ਦੇ ਵਿੱਚ ਸਿਰ ਵੀ ਭੇਟਾ ਕਰ ਦਿੱਤਾ ਜਾਂਦਾ ਹੈ, ਸਿਰ ਦੇ ਦਿੱਤਾ ਜਾਂਦਾ ਹੈ। ਗੁਰੂ ਦੀ ਅਸੀਸ ਪ੍ਰੇਮ ਦੇ ਨਾਲ ਮਿਲਣੀ ਹੈ, ਦੁਨਿਆਵੀ ਦੌਲਤਾਂ ਦੇ ਨਾਲ ਗੁਰੂ ਦੀ ਅਸੀਸ ਨਹੀਂ ਮਿਲਦੀ। ਆ ਹੁਣ ਦੁਸ਼ਹਿਰਾ ਚੱਲ ਰਿਹਾ ਹੈ, ਮਨਾ ਰਹੇ ਨੇ ਲੋਕ ਭਾਰਤ ਵਰਸ਼ ਦੇ ਵਿੱਚ। ਜਦੋਂ ਅਸੀਂ ਰਾਵਣ ਦੀ ਗੱਲ ਕਰਦੇ ਹਾਂ, ਮੈਨੂੰ ਬੋਲ ਯਾਦ ਆ ਗਏ, ਗੱਲ ਕਰਦਿਆਂ ਮੈਂ ਤੁਹਾਡੇ ਸਮਕਸ਼ ਰੱਖ ਦਿੰਦਾ ਹਾਂ। ਚੌ ਬੋਲੇ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ। ਰਾਵਣ ਹੁੱਤੇ ਰੰਕਨ ਹੈ ਜੇ ਸਿਰ ਦੀਨੇ ਕਾਟ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਕਹਿੰਦੇ ਜੇ ਪੈਸਿਆਂ ਦੇ ਨਾਲ ਜੇ ਅਸੀਸ ਕਿਸੇ ਗੁਰਮੁਖ ਪਿਆਰੇ ਦੀ, ਮਹਾਂਪੁਰਸ਼ ਦੀ ਮਿਲਦੀ ਹੋਵੇ, ਫਿਰ ਰਾਵਣ ਕਿਹੜਾ ਗਰੀਬ ਸੀ, ਰਾਵਣ ਕਿਹੜਾ ਕੰਗਾਲ ਸੀ। ਪੈਸੇ ਵਾਲਾ ਸੀ, ਦੌਲਤ ਵਾਲਾ ਸੀ, ਸ਼ੌਹਰਤ ਵਾਲਾ ਸੀ, ਹੀਰੇ ਮੋਤੀ ਉਹਦੇ ਘਰ ਦੇ ਵਿੱਚ ਮੌਜੂਦ ਸਨ, ਰਾਜਾ ਸੀ, ਲੰਕੇਸ਼ ਖਵਾਉਂਦਾ ਸੀ ਆਪਣੇ ਆਪ ਨੂੰ। ਪਰ ਸ਼ਿਵ ਜੀ ਦੇ ਅੱਗੇ ਜੇ ਕੁਝ ਭੇਟਾ ਕੀਤਾ ਹੈ ਤੇ ਆਪਣੇ ਸਿਰ ਨੂੰ ਭੇਟਾ ਕੀਤਾ ਹੈ। ਕਹਿੰਦੇ 11 ਵਾਰ ਉਹਨੇ ਆਪਣੇ ਸਿਰ ਨੂੰ ਵੱਢ ਕੇ ਸ਼ਿਵ ਜੀ ਦੇ ਪੈਰਾਂ ਦੇ ਵਿੱਚ ਸੁੱਟ ਦਿੱਤਾ ਹੈ, ਪ੍ਰੇਮ ਭੇਟਾ ਦੇ ਵਿੱਚ। ਪੈਸਾ ਨਹੀਂ, ਕੋਈ ਦੌਲਤ ਨਹੀਂ। ਕਹਿੰਦੇ ਰਾਵਣ ਕਿਹੜਾ ਗਰੀਬ ਸੀ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ। ਪ੍ਰੇਮ ਦੀ ਖੇਡ ਦੇ ਵਿੱਚ, ਪ੍ਰੇਮ ਦੀ ਖੇਡ ਨੂੰ ਪੈਸੇ ਦੇ ਤਰਾਜੂ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ। ਇਹ ਗੱਲ ਨੂੰ ਪੱਕਾ ਕਰ ਲਓ। ਇੱਥੇ ਤੇ ਸਿਰ ਭੇਟਾ ਕਰਨਾ ਪਵੇਗਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪ੍ਰੇਮ ਦੀ ਖੇਡ ਹੈ, ਪ੍ਰੇਮ ਦੀ ਖੇਡ ਹੈ। ਤੇ ਪ੍ਰੇਮ ਕਰਨ ਵਾਲਿਆਂ ਤੇ ਇਹ ਗੁਰੂ ਤਰੁੱਠਦਾ ਹੈ। ਪ੍ਰੇਮ ਕਰਨ ਵਾਲਿਆਂ ਦੇ ਘਰਾਂ ਦੇ ਵਿੱਚ ਹੀ ਗੁਰੂ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ। ਪ੍ਰੇਮ ਕਰਨ ਵਾਲਿਆਂ ਨੂੰ ਹੀ ਗੁਰੂ ਜਿਹੜਾ ਹੈ ਉਹ ਸੀਨੇ ਨਾਲ ਲਾਉਂਦਾ ਹੈ। ਪ੍ਰੇਮ ਤੋਂ ਸੱਖਣਿਆਂ ਦੀ ਕੋਈ ਥਾਂ ਨਹੀਂ, ਰਿਸ਼ਤਾ ਬਣਦਾ ਹੀ ਨਹੀਂ। ਪ੍ਰੇਮ ਤੋਂ ਸੱਖਣਿਆਂ ਦਾ ਰਿਸ਼ਤਾ ਬਣਦਾ ਹੀ ਨਹੀਂ। ਤੇ ਮੈਂ ਇਹ ਵੀ ਤੁਹਾਨੂੰ ਇੱਕ ਬੇਨਤੀ ਕਰ ਦੇਵਾਂ, ਇੱਥੇ ਪ੍ਰੇਮ ਵੀ ਕੋਈ ਇੱਕ ਤਰਫਾ ਨਹੀਂ। ਜੇ ਸਿੱਖ ਕਹਿੰਦਾ ਹੈ ਪਾਤਸ਼ਾਹ ਮੇਰੇ ਦਿਲ ਦੇ ਵਿੱਚ ਤੇਰੇ ਪ੍ਰਤੀ ਖਿੱਚ ਹੈ, ਤੇ ਗੁਰੂ ਵੀ ਕਹਿੰਦਾ ਹੈ ਸਿੱਖਾ ਮੇਰੇ ਦਿਲ ਦੇ ਵਿੱਚ ਵੀ ਤੇਰੇ ਪ੍ਰਤੀ ਖਿੱਚ ਹੈ। ਕੱਲੀ ਤੇਰੇ ਦਿਲ ਦੇ ਵਿੱਚ ਖਿੱਚ ਨਹੀਂ ਹੈ, ਮੇਰੇ ਵਿੱਚ ਵੀ ਤੇਰੇ ਪ੍ਰਤੀ ਖਿੱਚ ਹੈ। ਇਹਨੂੰ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਦੀ ਭਾਵਨਾ ਦੇ ਨਾਲ ਜਦੋਂ ਕੋਈ ਕਦਮ ਪੁੱਟਦਾ ਹੈ ਤੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਪ੍ਰੇਮ ਦੀ ਭਾਵਨਾ ਹੈ। ਤੂੰ ਭਾਵਨਾ ਦੇ ਨਾਲ ਚੱਲ,
ਗੁਰੂ ਤੇਰੇ ਵੱਲ ਨੂੰ ਚੱਲੇਗਾ, ਕੱਲਾ ਤੂੰ ਨਹੀਂ ਚੱਲਦਾ ਪਿਆ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਕੋਈ ਲਾਲਸਾ ਨਹੀਂ ਰੱਖੀ। ਭਾਈ ਲਹਿਣੇ ਨੂੰ ਨਹੀਂ ਸੀ ਪਤਾ ਕਿ ਮੈਨੂੰ ਗੱਦੀ ਮਿਲਣੀ ਹੈ, ਉਹ ਤੇ ਆਇਆ ਬਾਬੇ ਨਾਨਕ ਦਾ ਹੁਕਮ ਮੰਨਣ ਵਾਸਤੇ, ਚਾਨਣ ਦੇ ਵਿੱਚ ਜੀਵਨ ਨੂੰ ਚਲਾਉਣ ਵਾਸਤੇ। ਬਾਬੇ ਨਾਨਕ ਦਾ ਪ੍ਰਕਾਸ਼ ਹੈ, ਬਾਬਾ ਨਾਨਕ ਪ੍ਰਕਾਸ਼ ਰੂਪ ਹੋ ਕੇ ਵਰਤ ਰਿਹਾ ਹੈ। ਮਨ ਦੇ ਵਿੱਚ ਆਇਆ ਮਨਾ, ਹੁਣ ਤੱਕ ਧੱਕੇ ਖਾਦੇ ਨੇ, ਹੁਣ ਤੱਕ ਢੋਈ ਕਿਤੋਂ ਨਹੀਂ ਮਿਲੀ, ਹੁਣ ਤੱਕ ਅੰਧੇਰੇ ਦੇ ਵਿੱਚ ਜੀਵਨ ਗਵਾਚਦਾ ਰਿਹਾ ਹੈ, ਅੱਧੀ ਤੇ ਲੰਘ ਗਈ, ਅੱਧੀ ਰਹਿ ਗਈ ਹੈ। ਜਿਸ ਦਿਨ ਬਾਬੇ ਨਾਨਕ ਨੂੰ ਜਾ ਕੇ ਮਿਲੇ, ਸੰਗੀ ਸਾਥੀਆਂ ਨੇ ਕਿਹਾ ਜਾਣਾ ਨਹੀਂ ਹੁਣ ਸਾਡੇ ਨਾਲ, ਤੇ ਭਾਈ ਲਹਿਣਾ ਕਹਿਣ ਲੱਗੇ ਹੁਣ ਮੈਨੂੰ ਘਰ ਮਿਲ ਗਿਆ ਹੈ, ਹੁਣ ਮੈਨੂੰ ਦੀਵੇ ਦੀ ਲੋ ਮਿਲ ਗਈ ਹੈ, ਮੈਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ। ਭਾਈ ਲਹਿਣੇ ਨੇ ਪ੍ਰੇਮ ਕੀਤਾ, ਅਥਾਹ ਪ੍ਰੇਮ ਕੀਤਾ, ਇੰਨਾ ਪ੍ਰੇਮ ਕੀਤਾ ਕਿ ਅਖੀਰ ਤੇ ਆ ਕੇ ਭਾਈ ਲਹਿਣੇ ਨੇ ਬਾਬੇ ਨਾਨਕ ਨੂੰ ਕਹਿ ਦਿੱਤਾ, ਪਾਤਸ਼ਾਹ ਤੇਰੇ ਤੋਂ ਸਿਵਾਏ ਮੇਰਾ ਕੋਈ ਘਰ ਨਹੀਂ। ਜਿਨ੍ਹਾਂ ਦਾ ਘਰ ਸੀ ਉਹ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ, ਮੇਰਾ ਤੇ ਤੇਰੇ ਤੋਂ ਸਿਵਾਏ ਘਰ ਹੀ ਕੋਈ ਨਹੀਂ, ਦੱਸ ਮੈਂ ਜਾਵਾਂ ਕਿੱਥੇ। ਤੇ ਬਾਬੇ ਨਾਨਕ ਨੇ ਵੀ ਫਿਰ ਬੋਲ ਕਹੇ ਸੀ, ਲੈਣਿਆ ਜੇ ਤੇਰਾ ਮੇਰੇ ਤੋਂ ਸਿਵਾਏ ਘਰ ਕੋਈ ਨਹੀਂ, ਮੇਰਾ ਤੇਰੇ ਤੋਂ ਸਿਵਾਏ ਘਰ ਕੋਈ ਨਹੀਂ, ਲੈ ਅੱਜ ਤੋਂ ਬਾਅਦ ਮੈਂ ਆਪਣਾ ਆਪ ਤੇਰੇ ਅੰਦਰ ਟਿਕਾ ਦਿੱਤਾ ਹੈ। ਤੇਰਾ ਮੇਰੇ ਵਿੱਚ ਵਾਸਾ ਹੈ, ਮੇਰਾ ਤੇਰੇ ਵਿੱਚ ਵਾਸਾ ਹੈ। ਗੁਰੂ ਦੇ ਅੰਦਰ ਸਿੱਖ ਵਰਤ ਰਿਹਾ ਹੈ, ਸਿੱਖ ਦੇ ਅੰਦਰ ਗੁਰੂ ਵਰਤ ਰਿਹਾ ਹੈ। ਸਿੱਖ ਦੇ ਅੰਦਰ ਗੁਰੂ ਵਰਤਦਾ ਹੈ, ਗੁਰੂ ਦੇ ਅੰਦਰ ਸਿੱਖ ਵਰਤਦਾ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਰਹਿਮਤ ਹੋਵੇ ਤੇ ਪ੍ਰੇਮ ਦੀ ਡੋਰੀਆਂ, ਪ੍ਰੇਮ ਦੀਆਂ ਤੰਦਾਂ ਪੈ ਜਾਂਦੀਆਂ ਨੇ, ਨਹੀਂ ਤੇ ਬਹੁਤੇ ਪ੍ਰੇਮ ਤੋਂ ਸੱਖਣੇ ਰਹਿ ਜਾਂਦੇ ਨੇ। ਲਾਲਸਾਵਾਂ ਰੱਖਣ ਵਾਲੇ ਸੱਖਣੇ ਰਹਿ ਜਾਂਦੇ ਨੇ, ਪ੍ਰੇਮ ਵਾਲੇ ਹੀ ਨੇਮ ਨਿਭਾ ਸਕਦੇ ਨੇ। ਪ੍ਰੇਮ ਤੋਂ ਬਿਨਾ ਨੇਮ ਨਿਭਦਾ ਨਹੀਂ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 518 ਉੱਪਰ ਸੁਭਾਇਮਾਨ ਹੈ। ਤੇ ਮੈਂ ਇੱਕ ਭੂਮਿਕਾ ਦੇ ਰੂਪ ਦੇ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਕਿ ਪ੍ਰੇਮ ਵਾਲਾ ਹਿਰਦਾ ਕੋਈ ਲੈ ਕੇ ਜਾਵੇ ਤੇ ਗੁਰੂ ਤਰੁੱਟ ਕੇ ਉਸ ਹਿਰਦੇ ਦੇ ਵਿੱਚ, ਉਸ ਭਾਂਡੇ ਦੇ ਵਿੱਚ ਦਾਤ ਪਾ ਦਿੰਦਾ ਹੈ। ਤੇ ਅੱਜ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸ਼ਲੋਕ ਮਹੱਲਾ ਪੰਜਵਾਂ, ਜਾਂ ਤੂੰ ਤੁਸੇ ਮਿਹਰਵਾਨ ਅਚਿੰਤ ਵਸੇ ਮਨ ਮਾਹੇ। ਬੜੇ ਭਾਵਪੂਰਤ ਸ਼ਬਦ ਨੇ। ਆਪਣੀ ਚਤੁਰਾਈ ਕੋਈ ਨਹੀਂ, ਆਪਣੀ ਸਿਆਣਪ ਕੋਈ ਨਹੀਂ। ਜਾਂ ਤੂੰ, ਜਾਂ ਦਾ ਅਰਥ ਹੈ ਜਦੋਂ, ਜਦੋਂ ਮੇਰੇ ਮਾਲਕਾ ਐ ਮੇਰੇ ਦਾਤਾ, ਜਦੋਂ ਤੂੰ ਤਰੁੱਠਦਾ ਹੈ, ਜਦੋਂ ਤੂੰ ਮਿਹਰਵਾਨ ਹੁੰਦਾ ਹੈ, ਜਦੋਂ ਤੂੰ ਮਿਹਰ ਦੇ ਘਰ ਦੇ ਵਿੱਚ ਆਉਂਦਾ ਹੈ। ਮਿਹਰਵਾਨ ਸਾਹਿਬ ਮਿਹਰਵਾਨ, ਉਹ ਵਾਹਿਗੁਰੂ ਤੇ ਮਿਹਰਵਾਨ ਹੈ। ਕੀ ਕਰਦਾ ਹੈ? ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹ ਮਿਹਰਵਾਨ ਹੈ। ਗੁਰੂ ਸਾਹਿਬ ਕਹਿੰਦੇ ਨੇ, ਜਾਂ ਤੂੰ ਤੁਸੇ, ਜਦੋਂ ਤੂੰ ਤਰੁੱਠਦਾ ਹੈ, ਮਿਹਰਵਾਨ ਐ ਮੇਰੇ ਮਿਹਰਮਾਨ ਮਾਲਕ, ਅਚਿੰਤ ਵਸੇ ਮਨ ਮਾਹੇ, ਤੂੰ ਅਚਿੰਤ ਹੀ, ਸਹਿਜ ਸੁਭਾਅ ਹੀ, ਤੂੰ ਆ ਕੇ ਮੇਰੇ ਮਨ ਦੇ ਵਿੱਚ ਵਸ ਜਾਂਦਾ ਹੈ, ਮਨ ਦੇ ਵਿੱਚ ਟਿਕਾਣਾ ਕਰ ਲੈਂਦਾ ਹੈ। ਤੂੰ ਮੇਰੇ ਘਰ ਦੇ ਵਿੱਚ ਆ ਕੇ ਟਿਕ ਜਾਂਦਾ ਹੈ। ਘਰ ਦੇ ਵਿੱਚ ਗੁਰੂ ਲਈ ਥਾਂ ਹੋਣੀ ਬੜੀ ਲਾਜ਼ਮੀ ਹੈ ਸਿੱਖੋ। ਆਪਣੇ ਘਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਵੀ ਗੁਰੂ ਲਈ ਥਾਂ ਹੋਵੇ। ਆਪਣੀ ਜਿਹੜੀ ਮਹਿਲ ਮਾੜੀ ਤੁਸੀਂ ਬਣਾਈ ਹੋਈ ਹੈ, ਉਸ ਦੇ ਘਰ ਦੇ ਵਿੱਚ ਵੀ, ਉਸ ਛੱਤ ਦੇ ਵਿੱਚ ਵੀ ਗੁਰੂ ਲਈ ਥਾਂ ਹੋਣੀ ਬੜੀ ਲਾਜ਼ਮੀ ਹੈ। ਪਰ ਅੱਜ ਵੇਖਣ ਦੇ ਵਿੱਚ ਆਉਂਦਾ ਹੈ, ਸ਼ਰਾਬ ਦੀ ਬੋਤਲ ਨੂੰ ਥਾਂ ਤੇ ਮਿਲ ਜਾਂਦੀ ਹੈ ਘਰ ਦੇ ਵਿੱਚ, ਪਰ ਗੁਰੂ ਨੂੰ ਥਾਂ ਨਹੀਂ ਦਿੱਤੀ ਜਾਂਦੀ, ਗੁਰੂ ਨੂੰ ਥਾਂ ਨਹੀਂ ਦਿੱਤੀ ਜਾਂਦੀ। ਗੁਰੂ ਸਾਹਿਬ ਕਹਿੰਦੇ ਨੇ, ਜਾਂ ਤੂੰ ਤੁਸੇ ਮਿਹਰਵਾਨ, ਐ ਦਾਤਾ ਜਦੋਂ ਤੂੰ ਮਿਹਰਵਾਨ ਹੋ ਕੇ ਤਰੁੱਠਦਾ ਹੈ, ਜਦੋਂ ਤੂੰ ਬਖਸ਼ਿਸ਼ ਕਰਦਾ ਹੈ, ਉਦੋਂ ਫਿਰ ਹੁੰਦਾ ਕੀ ਹੈ? ਅਚਿੰਤ ਵਸੇ ਮਨ ਮਾਹੇ, ਤੂੰ ਅਚਿੰਤ ਹੀ, ਸਹਿਜ ਸੁਭਾਅ ਹੀ ਮੇਰੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਮੇਰੇ ਮਨ ਦੇ ਵਿੱਚ ਆ ਕੇ ਤੂੰ ਟਿਕਾ ਕਰ ਲੈਂਦਾ ਹੈ, ਟਿਕਾਣਾ ਕਰ ਲੈਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ, ਜਾਂ ਤੂੰ ਤੁਸੇ ਮਿਹਰਵਾਨ, ਜਦੋਂ ਤੂੰ ਮਿਹਰ ਦੇ ਘਰ ਦੇ ਵਿੱਚ ਆਉਣਾ ਹੈ ਨਾ ਦਾਤਾ, ਨੌ ਨਿੱਧ, ਨੌ ਨਿੱਧੀਆਂ ਘਰ ਮਹਿ ਪਾਹੇ, ਫਿਰ ਮੇਰੇ ਘਰ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ। ਇਹਦੇ ਮੈਂ ਅਰਥ ਇਵੇਂ ਕਰਾਂ, ਇੱਕ ਤੇ ਆ ਸਰੀਰ ਰੂਪੀ ਹਿਰਦਾ ਵੀ ਬੰਦੇ ਦਾ ਘਰ ਹੈ,
ਜਿਹਨੂੰ ਗੁਰੂ ਸਾਹਿਬ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਇੱਕ ਤੇ ਆ ਹਿਰਦਾ ਰੂਪੀ ਘਰ ਹੈ, ਇੱਕ ਅਸੀਂ ਘਰ ਦੀ ਵਿਆਖਿਆ ਕਰਦੇ ਜਿਹੜੀਆਂ ਬਾਹਰੀ ਤੌਰ ਤੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ। ਅਸੀਂ ਘਰ ਬਾਹਰ ਬਣਾ ਕੇ ਬੈਠੇ ਹਾਂ। ਘਰ ਦੇ ਵਿੱਚ ਆਰਥਿਕ ਤੌਰ ਤੇ ਅਮੀਰ, ਆਰਥਿਕ ਤੌਰ ਤੇ ਗਰੀਬ, ਉਹ ਵੀ ਬੜਾ ਵੱਡਾ ਇੱਕ ਜਿਹੜਾ ਹੈ ਜੀਵਨ ਦੇ ਵਿੱਚ ਮਾਇਨੇ ਰੱਖਦਾ ਹੈ। ਅਮੀਰੀ ਗਰੀਬੀ ਇਹ ਮਾਇਨੇ ਰੱਖਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਬੰਦਾ ਅੰਦਰੋਂ ਰੱਜਿਆ ਹੋਵੇ, ਅੰਦਰੋਂ ਭਰਿਆ ਹੋਵੇ, ਹਿਰਦੇ ਕਰਕੇ ਰੱਜਿਆ ਹੋਵੇ, ਫਿਰ ਬਾਹਰ ਦੀ ਅਮੀਰੀ ਗਰੀਬੀ ਕੋਈ ਮਾਇਨੇ ਨਹੀਂ ਰੱਖਦੀ। ਉਹ ਚਾਹੇ ਫਿਰ ਕੱਖਾਂ ਦੀ ਛੰਨ ਦੇ ਵਿੱਚ ਬੈਠਾ ਹੈ, ਉੱਥੇ ਵੀ ਸੁਖੀ ਬੈਠਾ ਹੈ। ਜੇ ਅੰਦਰੋਂ ਹੀ ਨਹੀਂ ਰੱਜਿਆ ਤੇ ਭਾਵੇਂ ਮੈਲ ਮਾੜੀਆਂ ਵੀ ਪਾ ਕੇ ਬੈਠਾ ਹੈ ਤੇ ਮਖਮਲੀ ਸੇਜਾਂ ਤੇ ਵੀ ਫਿਰ ਨੀਂਦ ਨਹੀਂ ਆਉਣੀ, ਉੱਥੇ ਵੀ ਪਿਆਸ ਮਿਟਦੀ ਨਹੀਂ। ਸਭ ਕੁਝ ਕੋਲ ਹੁੰਦਿਆਂ ਵੀ ਬੰਦਾ ਕਹਿੰਦਾ ਕੁਝ ਨਹੀਂ ਹੈਗਾ, ਮਾਰੇ ਗਏ, ਲੁੱਟੇ ਗਏ। ਇੱਕ ਅਮੀਰ ਹੋਣਾ ਹੈ ਅੰਦਰੋਂ, ਇੱਕ ਅਮੀਰ ਹੋਣਾ ਹੈ ਬਾਹਰੋਂ। ਪੈਸੇ ਕਰਕੇ ਅਮੀਰ ਲੋਕ ਬਹੁਤ ਵੇਖੇ ਜਾਂਦੇ ਨੇ ਇੱਥੇ, ਵੱਡੇ ਵੱਡੇ ਰਾਈਸ ਤੁਰੇ ਫਿਰਦੇ ਨੇ ਅਮੀਰਾਂ ਦੇ ਵਿੱਚੋਂ, ਬੜੇ ਵੱਡੇ ਵੱਡੇ ਘਰਾਣੇ ਨੇ। ਪਰ ਦਿਲ ਦੇ ਸ਼ਾਹ ਹੋਣ, ਦਿਲ ਕਰਕੇ ਅਮੀਰ ਹੋਣ, ਆਤਮਾ ਕਰਕੇ ਰੱਜੇ ਹੋਣ, ਆਤਮਾ ਕਰਕੇ ਕੋਈ ਵਿਰਲਾ ਵੰਜਾ ਹੀ ਰੱਜਦਾ ਹੈ। ਤ੍ਰਿਪਤ ਭਈ ਹੁਣ ਰੱਜੇਗਾ ਕਿਵੇਂ ਆਤਮਾ ਕਰਕੇ? ਕਿ ਬਾਹਰੀ ਪੈਸੇ ਨਾਲ ਰੱਜ ਜਾਵਾਂਗੇ? ਨਹੀਂ ਰੱਜਿਆ ਜਾਣਾ। ਗੁਰੂ ਸਾਹਿਬ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਸੱਚ ਰੂਪੀ ਖੁਰਾਕ ਛਕੀ ਹੈ, ਰੱਜਿਆ ਤੇ ਉਸੇ ਵੇਲੇ ਹੀ ਹੈ, ਉਹਦਾ ਰੱਜ ਨਹੀਂ ਸਕਦੇ। ਝੂਠੇ ਪਦਾਰਥਾਂ ਦੇ ਨਾਲ ਕਦੇ ਬੰਦਾ ਕਦੇ ਰੱਜਦਾ ਹੀ ਨਹੀਂ, ਕਦੇ ਨਹੀਂ ਰੱਜਦਾ। ਤੇ ਜਿਸ ਘਰ ਦੇ ਵਿੱਚ ਗੁਰੂ ਹੀ ਆ ਕੇ ਬੈਠ ਜਾਵੇ, ਫਿਰ ਉੱਥੇ ਭੁੱਖ ਥੋੜਾ ਕੋਈ ਰਹਿ ਜਾਂਦੀ ਹੈ। ਇਹਦੀ ਮੈਂ ਇੱਕ ਉਦਾਹਰਨ ਤੁਹਾਨੂੰ ਇਵੇਂ ਦਿੰਦਾ, ਜਿਵੇਂ ਪਰਜਾ ਦਾ ਰਾਜਾ ਕੋਈ ਘਰ ਦੇ ਵਿੱਚ ਆ ਕੇ ਬੈਠ ਜਾਵੇ। ਪਰਜਾ ਦਾ ਰਾਜਾ, ਰਾਜੇ ਕੋਲ ਪਰਜਾ ਮੰਗਣ ਲਈ ਜਾਂਦੀ ਹੈ, ਦਾਤਾ ਮੰਗਣ ਲਈ ਜਾਂਦੀ ਹੈ। ਤੇ ਜੇ ਕਿਤੇ ਘਰ ਦੇ ਵਿੱਚ ਆ ਕੇ ਰਾਜਾ ਬੈਠ ਜਾਵੇ ਤੇ ਉਹਨੂੰ ਕੋਈ ਕਵੇ ਭਾਈ ਤੂੰ ਰਾਜੇ ਕੋਲ ਮੰਗਣ ਜਾ, ਉਹ ਅੱਗਿਓਂ ਕਹਿੰਦਾ ਤੇਰਾ ਦਿਮਾਗ ਹਿੱਲਿਆ ਭਾਈ, ਮੇਰੇ ਤੇ ਘਰ ਦੇ ਵਿੱਚ ਹੀ ਰਾਜਾ ਆ ਕੇ ਬੈਠ ਗਿਆ, ਹੁਣ ਮੰਗ ਕੋਈ ਹੋਰ ਰਹਿ ਗਈ ਹੈ? सब किश मांग लिया खुदा को मांग कर, अब उठते नहीं हाथ तुझको मांगने के बाद। हुण ते घर दे विच आके तू बैठ गया, भुख कोई रह गई है? हुण ते भुख कोई है ही नहीं, मेरे घर दे विच आके तू बैठ गया है। बाहरी तौर ते अमीरी भी चाहिदी है, कोई दो रावा नहीं। अमीरी तो बिना, पैसे तो बिना गुजरान हुंदा ही नहीं है। तो मैं तो कई बार बेनती करदा ना, सिखो जे सिख पंथ पैसे करके भी अमीर होवेगा तो फिर असी वड्डे वड्डे मोर्चे भी जित लिया करांगे जिवें पहलां जितदे रहे हैं। पर मैं एक उदाहरण तुहाडे सामने रख दिंदा है, साखी मैनूं याद आ गई। गुरु साहिब कहंदे जा तू तुस्से मेहरवान। वो मेहरवान जदों हुंदा है, दाती साहिब ना संधियां क्या चलै तिस नाल, एक जा गंदे ना लहन एक सुत्तियां दे उठाल। ਇੱਥੇ ਕਈਆਂ ਨੂੰ ਜਾਗਦਿਆਂ ਨੂੰ ਕੁਝ ਨਹੀਂ ਮਿਲਦਾ, ਤੇ ਜਿਹਦੀ ਝੋਲੀ 'ਚ ਦਾਤ ਪਾਉਣੀ ਹੁੰਦੀ, ਕਰਤੇ ਪੁਰਖ ਨੇ ਤਰੁੱਠ ਕੇ ਸੁੱਤਿਆਂ ਦੀ ਵੀ ਝੋਲੀ ਭਰ ਦੇਣੀ ਹੁੰਦੀ ਹੈ। ਇਹ ਕੋਈ ਪਤਾ ਨਹੀਂ ਲੱਗਦਾ। ਮਤ ਸਮਝੋ ਅਮੀਰੀ ਗਰੀਬੀ ਸਾਡੇ ਕਰਕੇ ਹੈ। ਇਹ ਅਮੀਰ ਹੋਣਾ ਵੀ ਪ੍ਰਮਾਤਮਾ ਦੀ ਬਰਕਤ ਹੈ। ਅਮੀਰੀ ਗਰੀਬੀ ਪ੍ਰਮਾਤਮਾ ਦੇ ਘਰੋਂ ਮਿਲੀ ਹੈ। ਇੱਕ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਨੇ, ਬੜੇ ਭਾਵਪੂਰਕ ਸ਼ਬਦ ਨੇ। कई कोट बैठत ही खाहें, कई कोट घाले थक पाहें। इत्थे बहुत ने जिहड़े बैठे ही खा रहे ने, जन्म ही जिन्हां दा अमीरां दे घरां दे विच होया है। कई कोट बैठत ही खाहें, कई कोट घाले थक पाहें। कई इदां दे भी हैगे ने, सारा दिन सवेर तो लैके शाम तक विचारे पसीना वहाउंदे ने, पर बरकत पैंदी नहीं। रोटी टुक घर दा वधिया चलदा ही नहीं। घर दे विच गरीबी दूर हुंदी नहीं। गरीबी भी अपने आप दे विच, माफ कर मैं शब्द कहन लगा, बड़ा वड्डा कोड़ है। गरीबी बंदे कोलों बड़ा कुछ करवा दिंदी है, बहुत कुछ करवा दिंदी है गरीबी। रोटी ना पकदी होवे, कपड़ा पाउण लई ना कोल होवे, ते रब नालों भी दूर होवे, फिर बंदा बड़ा कुछ करन वास्ते चला जांदा है, परवाह नहीं करदा। गरीबी अपने आप दे विच बड़ा वड्डा कोड़ है। गुरु साहब कहते ने कई कोट बैठत ही खाहें, कई कोट घाले थक पाहें। कई कोट किए तनवंत, कई कोट माया मह चिंत। इत्थे कई तनवंत ने, अमीर ने, कई चिंता दे विच ने। फिर अगला जिहड़ा शब्द है,
ਜੇ ਕਿਤੇ ਬੰਦਾ ਇਸ ਸ਼ਬਦ ਦੀਆਂ ਪੰਕਤੀਆਂ ਨੂੰ ਹਿਰਦੇ ਦੇ ਵਿੱਚ ਵਸਾ ਲਵੇ ਫਿਰ ਸਹਿਜ ਦੇ ਵਿੱਚ ਆ ਸਕਦਾ ਹੈ, ਫਿਰ ਤਰਲੋ ਮੱਛੀ ਨਹੀਂ ਹੋਵੇਗਾ। ਜਹ ਜਹ ਭਾਣਾ ਤਹ ਤਹ ਰਾਖੇ, ਇੱਥੇ ਖੜਨਾ ਔਖਾ ਹੈ। ਬਸ ਇੱਥੇ ਹਰ ਕਿਸੇ ਕੋਲੋਂ ਖੜਿਆ ਨਹੀਂ ਜਾਂਦਾ। ਹੁਣ ਕੋਈ ਰੱਜਿਆ ਹੋਵੇ ਸਹਿਜ ਵਾਲਾ ਸਬਰ ਵਾਲਾ ਹੀ ਖੜੇਗਾ ਨਾ, ਦੂਜਾ ਤੇ ਨਹੀਂ ਖੜ ਸਕਦਾ। ਜਹ ਜਹ ਭਾਣਾ ਤਹ ਤਹ ਰਾਖੇ। ਤੇ ਮੈਂ ਸ਼ੁਰੂ 'ਚ ਭੂਮਿਕਾ 'ਚ ਕਿਹਾ ਸੀ ਪ੍ਰੇਮ ਦੀ ਭਾਵਨਾ ਬੜੀ ਵੱਡੀ ਹੁੰਦੀ ਹੈ। ਪ੍ਰੇਮੀ ਪ੍ਰੇਮ ਕਰਨ ਵਾਲੇ ਖੜ ਜਾਂਦੇ ਨੇ, ਪ੍ਰੇਮੀ ਪ੍ਰੇਮ ਨਿਭਾਉਣ ਵਾਲੇ ਖੜ ਜਾਂਦੇ ਨੇ। ਉਹ ਨਹੀਂ ਵੇਖਦੇ ਘਰ 'ਚ ਅਮੀਰੀ ਹੈ ਕਿ ਗਰੀਬੀ ਹੈ, ਉਹ ਆਪਣੇ ਗੁਰੂ ਦਾ ਦੁਆਰਾ ਛੱਡ ਕੇ ਨਹੀਂ ਜਾਂਦੇ। ਲਾਲਸਾਵਾਂ ਰੱਖਣ ਵਾਲੇ ਅੱਜ ਇੱਥੇ ਆ ਗਏ ਨੇ, ਭੜ ਕੇ ਕਿਤੇ ਪੁੱਛਣ ਬਾਹਰ ਵੀ ਤੁਰ ਜਾਣਗੇ। ਜੇ ਕੁਝ ਨਹੀਂ ਮਿਲਿਆ ਤੇ ਉਹ ਲਾਮੇ ਤਾਨੇ ਮਿਹਣੇ ਵੀ ਮਾਰਨਗੇ, ਪਰ ਪ੍ਰੇਮੀ ਥੋੜਾ ਲਾਮਾ ਮਿਹਣਾ ਮਾਰਦਾ ਹੈ। ਉਹ ਤੇ ਇੱਥੇ ਖੜ ਜਾਂਦਾ ਹੈ। ਜਹ ਜਹ ਭਾਣਾ ਤਹ ਤਹ ਰਾਖੈ, ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ। ਅਮੀਰ ਹੋਣਾ ਗਰੀਬ ਹੋਣਾ ਤੇਰੇ ਹੱਥ ਦੇ ਵਿੱਚ ਹੈ ਹੀ ਨਹੀਂ, ਇਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ। ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਉਦਮ ਜ਼ਰੂਰੀ ਹੈ, ਲਾਜ਼ਮੀ ਹੈ, ਪਰ ਤੇਰੇ ਉਦਮ ਨੂੰ ਵੀ ਫਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਉਣਾ ਹੈ। ਜੇ ਤੂੰ ਫਸਲ ਬੀਜ ਵੀ ਲਈ ਹੈ, ਉੱਗ ਵੀ ਆਈ ਹੈ, ਤੇ ਜੇ ਉਹ ਪੱਕੜ ਨਾ ਦੇਵੇ ਤੇ ਫਿਰ ਕੀ ਕਰ ਲਵਾਂਗੇ? ਜੇ ਉਹ ਫਲ ਹੀ ਨਾ ਪੈਣ ਦੇਵੇ ਤੇ ਫਿਰ ਕੀ ਕਰ ਲਵਾਂਗੇ? ਜੇ ਫਲ ਪੈ ਵੀ ਗਿਆ ਏ ਤੇ ਜੇ ਉਹ ਵੱਢਣੀ ਨਾ ਦੇਵੇ ਤੇ ਫਿਰ ਤੁਸੀਂ ਦੱਸੋ ਕੀ ਕਰ ਲਓਗੇ? ਤੇ ਫਿਰ ਗੁਰੂ ਸਾਹਿਬ ਕਹਿੰਦੇ ਕਰ ਕੁਝ ਨਹੀਂ ਸਕਦੇ, ਬਸ ਸਿੱਖੋ ਇਹ ਕੰਮ ਜ਼ਰੂਰ ਕਰ ਸਕਦੇ, ਜਿਸ ਆਗੈ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਕੋਈ ਅਮੀਰ ਹੈ ਕੋਈ ਗਰੀਬ ਹੈ ਤੇ ਆਪੋ ਆਪਣੇ ਕਰਮ ਲੈ ਕੇ ਆਇਆ ਇਹ ਬੰਦਾ, ਪਰ ਜੇ ਕਿਤੇ ਗੁਰੂ ਤਰੁੱਟ ਜਾਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਛਿਣ ਦੇ ਵਿੱਚ ਗਰੀਬੀ ਜਿਹੜੀ ਹੈ ਉਹ ਖਤਮ ਕਰ ਦਿੰਦਾ ਹੈ। ਗਰੀਬੀ ਉੱਡ ਜਾਂਦੀ ਉਹਦੇ ਘਰ ਦੇ ਵਿੱਚੋਂ ਜੇ ਕਿਤੇ ਤਰੁੱਟ ਪਵੇ। ਮੈਂ ਸ਼ਬਦ ਤੁਹਾਡੇ ਸਾਹਮਣੇ ਰੱਖਿਆ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾਲ ਹੈਨ ਇੱਕ ਸੁੱਤਿਆਂ ਦੇ ਉਠਾਲ। ਕਮਾਲ ਦੀ ਗੱਲ, ਸੁੱਤਿਆਂ ਨੂੰ ਉਠਾ ਕੇ ਖੈਰਾਂ ਦੇ ਨਾਲ ਝੋਲੀਆਂ ਭਰ ਦਿੰਦਾ ਹੈ। ਪਤਾ ਨਹੀਂ ਲੱਗਦਾ ਰਾਤੋਂ ਰਾਤ ਅਮੀਰ ਹੋ ਗਏ। ਜਿਵੇਂ ਕਵਿਤਾ ਕਹਿੰਦੇ ਨਾ ਸ਼ਬਦ ਕਿ ਜਦੋਂ ਪਰਮਾਤਮਾ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਗਰੀਬੀ ਖੰਭ ਲਾ ਕੇ ਉੱਡ ਗਈ। ਇੱਕ ਮੈਂ ਤੁਹਾਡੇ ਸਾਹਮਣੇ ਹੁਣ ਉਦਾਹਰਨ ਦੇ ਰੂਪ ਦੇ ਵਿੱਚ ਗੱਲ ਰੱਖ ਦਿੰਦਾ। 14 ਕੁ ਸਾਲ ਦਾ ਇੱਕ ਬੱਚਾ, ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਤੇ ਜਦੋਂ ਬਾਪ ਦਾ ਸਾਇਆ ਉੱਠ ਜਾਵੇ ਫਿਰ ਬੱਚੇ ਦੇ ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ, ਜ਼ਿੰਮੇਵਾਰੀਆਂ ਦਾ ਬੋਝ ਪੈ ਜਾਂਦਾ ਹੈ ਸਿਰ ਤੇ। ਮਾਂ ਬਾਪ ਦਾ ਸਾਇਆ ਉੱਠ ਜਾਵੇ ਬੱਚੇ ਦੇ ਹਾਸੇ ਠੱਠੇ ਖਤਮ ਹੋ ਜਾਂਦੇ ਨੇ, ਬੱਚੇ ਦੀ ਰੌਣਕ ਖਤਮ ਹੋ ਜਾਂਦੀ ਹੈ, ਉਹਦੀ ਜ਼ਿੰਦਗੀ ਦੇ ਵਿੱਚ ਹਨੇਰ ਹੋ ਜਾਂਦਾ ਹੈ, ਉਹਨੂੰ ਸਮਝ ਨਹੀਂ ਆਉਂਦੀ ਹੁਣ ਚੱਲਣਾ ਕਿਸ ਪਾਸੇ ਨੂੰ ਹੈ। ਮਾਂ ਬਾਪ ਦਾ ਸਾਇਆ ਬੜਾ ਵੱਡਾ ਅਹਿਮੀਅਤ ਰੱਖਦਾ ਹੈ। ਬਾਪ ਦੇ ਹੱਥ, ਬਾਪ ਦੀ ਅਸੀਸ ਬੜੀ ਵੱਡੀ ਅਹਿਮੀਅਤ ਰੱਖਦੀ ਹੈ। ਬਾਪ ਦਾ ਹੱਥ ਸਿਰ ਤੇ ਹੋਵੇ, ਬਾਪ ਦਾ ਸਾਇਆ ਸਿਰ ਤੇ ਹੋਵੇ ਤੇ ਬੱਚੇ ਪਰਵਾਹ ਨਹੀਂ ਕਰਦੇ ਕਿ ਮੇਰੇ ਬਾਪ ਦਾ ਮੇਰੇ ਸਿਰ ਤੇ ਹੱਥ ਹੈ, ਮੇਰੇ ਬਾਪ ਨੇ ਮੇਰੀ ਜ਼ਿੰਮੇਵਾਰੀ ਚੁੱਕੀ ਹੈ। 14 ਕੁ ਸਾਲ ਦਾ ਇੱਕ ਬੱਚਾ ਤੇ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਮਾਂ ਨੇ ਕਿਹਾ ਪੁੱਤ ਘਰ ਦੇ ਵਿੱਚ ਗਰੀਬੀ ਬੜੀ ਹੈ, ਘਰ ਨੂੰ ਚਲਾਉਣਾ ਹੈ, ਜਿੰਨੀ ਦੇਰ ਤੇਰਾ ਬਾਪ ਸੀ ਉਹ ਚਲਾਉਂਦਾ ਰਿਹਾ, ਹੁਣ ਜ਼ਿੰਮੇਵਾਰੀ ਤੇਰੇ ਤੇ ਆ ਕੇ ਪੈ ਗਈ ਹੈ। ਮੈਂ ਤੇ ਬਜ਼ੁਰਗ ਆ, ਮੈਂ ਬਾਹਰ ਕਿੱਥੇ ਜਾ ਸਕਦੀ ਹੈ, ਤੂੰ ਹੁਣ ਕਿਰਤਕਾਰ ਵੱਲ ਧਿਆਨ ਦੇ, ਛੱਡ ਦੇ ਪੜ੍ਹਾਈ ਦਾ ਖਹਿੜਾ। ਕਈ ਵਾਰ ਗਰੀਬੀ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ, ਪੜ੍ਹਾਈ ਕਰਕੇ ਵੀ ਰਹਿ ਜਾਂਦੇ ਨੇ ਵਿਚਾਰੇ। ਕਈ ਵੱਡੇ ਵੱਡੇ ਵੇਖੀਦੇ ਨੇ ਇੰਟੈਲੀਜੈਂਟ ਬੱਚੇ ਕਿਉਂ ਰਹਿ ਗਏ? ਗਰੀਬੀ ਦੀ ਮਾਰ ਕਰਕੇ ਰਹਿ ਗਏ, ਅੱਗੇ ਨਹੀਂ ਵੱਧ ਸਕੇ, ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ, ਇਸ ਪਾਸੇ ਜਾਇਆ ਹੀ ਨਹੀਂ ਗਿਆ। ਛੱਡ ਦਿੱਤੀ ਪੜ੍ਹਾਈ, ਲੇਖਾ ਜੋਖਾ ਕਰਨਾ, ਹਿਸਾਬ ਕਿਤਾਬ ਛੱਡ ਦਿੱਤਾ, ਵਿੱਦਿਆ ਛੁੱਟ ਗਈ। ਮਾਂ ਨੇ ਕਿਹਾ ਪੁੱਤ ਕੋਈ ਕਾਰਜ ਕਰ ਲੈ, ਕੰਮ ਕਰ ਲੈ। ਤੇ ਬੱਚਾ ਕਹਿੰਦਾ 14 ਸਾਲਾਂ ਦਾ ਨੌਜਵਾਨ, ਮਾਂ ਦੱਸ ਕੀ ਕਾਰ ਕਰਾਂ, ਕਿਹੜਾ ਕੰਮ ਕਰਾਂ ਜਿਹਦੇ ਨਾਲ ਘਰ ਦੀ ਕਿਰਤ ਚੱਲੇ? ਤੇ ਮਾਂ ਕਹਿਣ ਲੱਗੀ ਪੁੱਤ ਇੰਜ ਕਰ, ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ, ਤੇਰਾ ਛਾਬਾ ਭਰ ਦਿਆਂ ਕਰਾਂਗੀ, ਤੂੰ ਉਹ ਘੁੰਗਣੀਆਂ ਵੇਚ ਆਇਆ ਕਰ, ਜਿਹੜੀ ਵਟਕ ਹੋਇਆ ਕਰੇਗੀ ਉਹਦੇ ਨਾਲ ਘਰ ਬਾਹਰ ਚੱਲਦਾ ਰਹੇਗਾ। ਉਹ ਲਾਇਕ ਪੁੱਤਰ ਸੀ, ਕਹਿਣ ਲੱਗਾ ਮਾਂ ਇਹ ਛਾਬਾ ਤੇ ਭਰ ਲਵਾਂਗਾ, ਇਹਨਾਂ ਨੂੰ ਵੇਚਾਂਗਾ ਕਿੱਥੇ? ਮਾਂ ਨੇ ਛਾਬਾ ਭਰ ਦਿੱਤਾ ਤੇ ਮਾਂ ਨੂੰ ਸਵਾਲ ਕਰਦਾ, ਮਾਂ ਦੱਸ ਇਹਨਾਂ ਨੂੰ ਵੇਚਾਂਗਾ ਕਿੱਥੇ? ਤੇ ਮਾਂ ਕਹਿਣ ਲੱਗੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸਰੋਵਰ ਦੀ ਖੁਦਵਾਈ ਕਰਵਾ ਰਹੇ ਨੇ, ਬੇਟਾ
ਉੱਥੇ ਬੜਾ ਆਉਣ ਜਾਣ ਸੰਗਤ ਦਾ ਲੱਗਿਆ ਰਹਿੰਦਾ ਹੈ। ਤੁਸੀਂ ਉੱਥੇ ਕਿਤੇ ਵੀ ਜਾ ਕੇ ਬੈਠ ਜਾਓ, ਸੰਗਤ ਦੇ ਲੰਘਦੇ ਆਉਂਦੇ ਜਿਹੜਾ ਹੈ ਉਹ ਤੁਹਾਡੇ ਕੋਲੋਂ ਖਰੀਦ ਕਰ ਲਿਆ ਕਰਨੀ ਹੈ। ਹਰ ਕੋਈ ਬੰਦਾ ਆਪਣੇ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੇਖਦਾ ਹੈ ਕਿ ਦੁਕਾਨ ਖੋਲ੍ਹਣ ਦਾ ਫਾਇਦਾ ਕਿੱਥੇ ਹੈ, ਕਿਸ ਜਗ੍ਹਾ ਤੇ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਾਂ। ਬੰਦਾ ਸਭ ਕੁਝ ਸੋਚ ਵਿਚਾਰ ਕੇ ਆਪਣੀ ਜਗ੍ਹਾ ਵੇਖਦਾ ਹੈ, ਸਭ ਤੋਂ ਪਹਿਲਾਂ ਉੱਥੇ ਫਿਰ ਬਿਜ਼ਨਸ ਸ਼ੁਰੂ ਕਰਦਾ ਹੈ। ਮਾਂ ਨੇ ਕਿਹਾ, ਪੁੱਤ ਗੁਰੂ ਰਾਮਦਾਸ ਮਹਾਰਾਜ ਦਾ ਘਰ ਬੜਾ ਵੱਡਾ ਹੈ। ਉਸ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਤਾਲ ਜਿਹੜਾ ਖੁਦਵਾ ਰਹੇ ਨੇ, ਸੰਗਤ ਦਾ ਬੜਾ ਆਵਾਜਾਨ ਉੱਥੇ ਲੱਗਾ ਰਹਿੰਦਾ ਹੈ, ਇਕੱਠ ਰਹਿੰਦਾ ਹੈ। ਤੂੰ ਇੰਜ ਕਰਿਆ ਕਰ, ਸ਼ਾਬਾ ਲੈ ਕੇ ਉੱਥੇ ਚੱਲ ਜਿਆ ਕਰ, ਉੱਥੇ ਬੈਠ ਜਿਆ ਕਰ, ਤੇਰੀ ਵਟਕ ਚੰਗੀ ਹੋ ਜਾਵੇਗੀ। ਮਾਂ ਦਾ ਹੁਕਮ ਮੰਨ ਕੇ ਉਹ ਬੱਚਾ ਸ਼ਾਬਾ ਲੈ ਕੇ ਉੱਥੇ ਚਲਾ ਗਿਆ ਹੈ। ਇੱਕ ਗਲੀ ਦੇ ਵਿੱਚ ਬੈਠ ਗਿਆ, ਸ਼ਾਬਾ ਰੱਖ ਕੇ ਬੈਠ ਗਿਆ ਹੈ। ਆਉਂਦੇ ਜਾਂਦੇ ਲੋਕ ਉਹਦੇ ਕੋਲੋਂ ਘੁੰਗਣੀਆਂ ਖਰੀਦਦੇ ਨੇ, ਜਿਹੜੇ ਪੈਸੇ ਹੁੰਦੇ ਨੇ ਆਪਣੇ ਕੋਲ ਰੱਖੀ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਉਸ ਗਲੀ ਦੇ ਵਿੱਚੋਂ ਲੰਘਦੇ ਹੋਏ ਆ ਰਹੇ ਨੇ। ਚਾਣ ਚੱਕ ਨਿਗਾਹ ਪਈ ਕਿ 14 ਸਾਲਾਂ ਦਾ ਬੱਚਾ ਇੱਕ ਸ਼ਾਬਾ ਘੁੰਗਣੀਆਂ ਦਾ ਰੱਖ ਕੇ ਗਲੀ ਦੇ ਵਿੱਚ ਬੈਠਾ ਹੈ, ਵੇਚ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਉਹ ਸਮਾਂ ਯਾਦ ਆਇਆ। ਰਾਮਦਾਸ ਮਹਾਰਾਜ ਨੇ ਸੋਚਿਆ ਕਿ ਜੇਠੇ ਰੂਪ ਦੇ ਵਿੱਚ ਘੁੰਗਣੀਆਂ ਦਾ ਸ਼ਾਬਾ ਕਿਸੇ ਵੇਲੇ ਮੈਂ ਵੀ ਸਿਰ ਤੇ ਚੁੱਕਿਆ ਸੀ ਤੇ ਗਲੀ ਗਲੀ ਹੋਕਾ ਦੇ ਕੇ ਘੁੰਗਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸਾਂ। ਉਸ ਬੱਚੇ ਦੇ ਵਿੱਚੋਂ ਆਪਣੇ ਆਪ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਤੱਕਿਆ, ਰਿਹਾ ਨਾ ਗਿਆ। ਉਸ ਬੱਚੇ ਕੋਲ ਚਲੇ ਗਏ। ਬੱਚੇ ਨੂੰ ਜਾ ਕੇ ਪੁੱਛਦੇ ਨੇ, ਕਹਿੰਦੇ ਅੱਜ ਕੀ ਖੱਟਿਆ ਹੈ? ਉਹ ਕਹਿਣ ਲੱਗਾ ਜੀ ਆਹ ਵਟਕ ਹੋਈ ਹੈ। ਕਹਿੰਦੇ ਜਿਹੜੀ ਇਹ ਵਟਕ ਹੋਈ ਹੈ, ਲਿਆ ਇਹ ਵਟਕ ਮੈਨੂੰ ਦੇ ਦੇ। ਉਹ ਬੱਚੇ ਨੇ ਜਿੰਨੇ ਪੈਸੇ ਵਟੇ ਸੀ ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ। ਘਰ ਦੇ ਵਿੱਚ ਗਿਆ, ਮਾਂ ਨੇ ਕਿਹਾ, ਪੁੱਤ ਕੀ ਖੱਟ ਕੇ ਲਿਆਇਆ ਹੈ? ਤੇ ਕਹਿਣ ਲੱਗਾ, ਮਾਂ ਪੈਸੇ ਤੇ ਖੱਟੇ ਸੀ, ਪੈਸੇ ਤੇ ਕਮਾਏ ਸੀ, ਪਰ ਇੱਕ ਮਹਾਂਪੁਰਸ਼ ਆਏ ਗੁਰੂ ਰਾਮਦਾਸ ਮਹਾਰਾਜ ਮੇਰੇ ਕੋਲ ਆ ਕੇ ਕਹਿੰਦੇ, ਬੇਟਾ ਕੀ ਖੱਟਿਆ ਹੈ? ਜੋ ਖੱਟਿਆ ਮੇਰੀ ਝੋਲੀ ਪਾ ਦੇ। ਕਹਿੰਦੇ ਮੈਂ ਸਾਰੀ ਵਟਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਭੇਟਾ ਕਰ ਦਿੱਤੀ ਮਾਂ। ਤੇ ਮਾਂ ਕਹਿਣ ਲੱਗੀ, ਧੰਨ ਭਾਗ ਪੁੱਤ, ਗੁਰੂ ਦੇ ਨਾਲ ਰਿਸ਼ਤਾ ਜੁੜ ਗਿਆ ਹੈ, ਗੁਰੂ ਦੇ ਨਾਲ ਨਾਤਾ ਜੁੜ ਗਿਆ ਹੈ, ਗੁਰੂ ਦੇ ਨਾਲ ਹੁਣ ਸੰਬੰਧ ਜੁੜ ਗਿਆ ਹੈ। ਹੁਣ ਤੈਨੂੰ ਪਰਵਾਹ ਕਰਨ ਦੀ ਲੋੜ ਕੋਈ ਨਹੀਂ। ਤੂੰ ਇੰਜ ਕਰੀ, ਕੱਲ ਫਿਰ ਤੇਰੇ ਕੋਲ ਗੁਰੂ ਰਾਮਦਾਸ ਮਹਾਰਾਜ ਆਉਣ ਨਾ, ਤੇ ਜੋ ਵਟੇਗਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾਈ। ਅਗਲੀ ਸਵੇਰ ਹੋਈ, ਗੁਰੂ ਰਾਮਦਾਸ ਮਹਾਰਾਜ ਆਏ। ਕੀ ਵਟਿਆ ਏ? ਤੇ ਵਟ ਕੇ ਜੋ ਵਟਿਆ ਸੀ ਕਹਿੰਦੇ ਲਿਆਓ ਝੋਲੀ 'ਚ ਪਾ ਦਿਓ। ਝੋਲੀ 'ਚ ਪਾ ਦਿੱਤਾ। ਤੀਜਾ ਦਿਨ ਹੋਇਆ, ਗੁਰੂ ਰਾਮਦਾਸ ਮਹਾਰਾਜ ਫਿਰ ਆਏ ਤੇ ਮੰਗ ਰੱਖਣ ਤੋਂ ਪਹਿਲਾਂ ਜਿਹੜੀ ਵਟਕ ਵੱਟੀ ਸੀ ਨਾ, ਕੁਝ ਪੈਸੇ ਜਿਹੜੇ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ। ਮੰਗਿਆ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ, ਝੋਲੀ 'ਚ ਪਾ ਦਿੱਤੇ। ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਬੇਟਾ ਤੇਰਾ ਨਾਂ ਕੀ ਹੈ? ਕਹਿਣ ਲੱਗਾ, ਜੀ ਮੇਰਾ ਨਾਂ ਸੋਮਾ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੂੰ ਕੱਲਾ ਸੋਮਾ ਨਹੀਂ, ਤੂੰ ਸ਼ਾਹ ਵੀ ਹੈ, ਸੋਮਾ ਸ਼ਾਹ, ਬੇਪਰਵਾਹ, ਗੁਰੂ ਕਾ ਸ਼ਾਹ, ਸ਼ਾਹਾਂ ਦਾ ਸ਼ਾਹ। ਤੂੰ ਤੇ ਗੁਰੂ ਦਾ ਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ। ਤੂੰ ਤੇਰੇ ਘਰ ਦੇ ਵਿੱਚੋਂ ਗਰੀਬੀ ਚਲੀ ਗਈ। ਜਦੋਂ ਇਹ ਗੱਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖੀ, ਉਹ ਹਿਰਦੇ ਦੇ ਵਿੱਚੋਂ ਖਿੜ ਉੱਠਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੋਈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਤੂੰ ਬੇਪਰਵਾਹ ਹੈ, ਤੂੰ ਸੋਮਾ ਸ਼ਾਹ ਹੈ, ਤੇ ਯਾਦ ਰੱਖੀ ਇਹ ਬਚਨ ਤੇਰੀਆਂ ਰਹਿੰਦੀਆਂ ਕੁਲਾਂ ਤੱਕ ਚੱਲਣਗੇ। ਉਹਦੇ ਘਰ ਦੀ ਗਰੀਬੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਛਿਣ ਦੇ ਵਿੱਚ ਦੂਰ ਕਰ ਦਿੱਤੀ। ਮੈਂ ਇਹਨਾਂ ਪੰਕਤੀਆਂ ਨੂੰ ਉਦਾਹਰ ਬਣਾ ਕੇ ਤੁਹਾਡੇ ਸਾਹਮਣੇ ਇਹ ਸਾਖੀ ਰੱਖੀ। ਗੁਰੂ ਦੇ ਸਿੱਖੋ, ਜਾਂ ਤੂੰ ਤੁਸੇ ਮਿਹਰਵਾਨ, ਐ ਦਾਤਾ ਜਦੋਂ ਤੂੰ ਤਰੁੱਠਦਾ ਹੈ ਨਾ, 9 ਨਿੱਧ ਘਰ ਮਹਿ ਪਾਹੇ, ਉਦੋਂ 9 ਨਿੱਧੀਆਂ ਘਰ ਦੇ ਵਿੱਚ ਆ ਕੇ ਟਿਕਾਣਾ ਕਰ ਲੈਂਦੀਆਂ ਨੇ। ਉਦੋਂ ਗਰੀਬੀ ਖੰਭ ਲਾ ਕੇ ਉੱਡ ਜਾਂਦੀ ਹੈ। ਹਿਰਦੇ ਦੀ ਗਰੀਬੀ ਵੀ ਉੱਡ ਜਾਂਦੀ ਹੈ, ਘਰ ਦੀ ਗਰੀਬੀ ਵੀ ਖਤਮ ਹੋ ਜਾਂਦੀ ਹੈ। ਹਿਰਦੇ ਕਰਕੇ ਵੀ ਬੰਦਾ ਅਮੀਰ ਹੋ ਜਾਂਦਾ ਹੈ, ਘਰ ਕਰਕੇ ਵੀ ਬੰਦਾ ਅਮੀਰ ਹੋ ਜਾਂਦਾ ਹੈ। ਫਿਰ ਅੱਗੇ ਸ਼ਬਦ ਕਹਿੰਦੇ, ਜਾ ਤੂੰ ਤੁਸੇ ਮਿਹਰਵਾਨ, ਤਾਂ ਗੁਰ ਕਾ ਮੰਤਰ ਕਮਾਹੇ। ਬੜੇ ਵੱਡੇ ਸ਼ਬਦ ਕਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਹਿੰਦੇ ਦਾਤਾ
ਜੇ ਮੈਂ ਤੇਰਾ ਮੰਤਰ ਵੀ ਜਪਦਾ ਹੈ ਨਾ, ਤੇ ਮੇਰੀ ਕੋਈ ਹਸਤੀ ਨਹੀਂ, ਮੇਰੀ ਕੋਈ ਤਾਕਤ ਨਹੀਂ ਕਿ ਮੈਂ ਆਪਣੀ એનર્ਜੀ ਦੇ ਨਾਲ, ਆਪਣੀ ਤਾਕਤ ਦੇ ਨਾਲ ਤੇਰੇ ਮੰਤਰ ਨੂੰ ਜਪਦਾ ਹੋਵਾਂ, ਤੇਰੇ ਧਿਆਨ ਨੂੰ ਧਰਦਾ ਹੋਵਾਂ। ਇਹ ਵੀ ਤੇਰੀ ਬਖਸ਼ਿਸ਼ ਹੈ ਜਿਹੜਾ ਸਵੇਰੇ ਉੱਠ ਕੇ ਮੈਂ ਨਿਤਨੇਮ ਕਰਦਾ ਹਾਂ। ਕਦੇ ਨਾ ਕਿਹਾ ਕਰੋ ਮੇਰਾ ਬੜਾ ਉਦਮ ਹੈ। ਜਿਸ ਦਿਨ ਮਨ ਦੇ ਵਿੱਚ ਇਹ ਚੀਜ਼ ਆ ਗਈ ਨਾ, ਮੇਰਾ ਬੜਾ ਉਦਮ ਹੈ, ਭਾਵੇਂ ਪ੍ਰੈਕਟੀਕਲ ਕਰਕੇ ਵੇਖ ਲਿਓ, ਅਗਲੇ ਦਿਨ ਅੰਮ੍ਰਿਤ ਵੇਲੇ ਉੱਠਿਆ ਨਹੀਂ ਜੇ ਜਾਣਾ, ਅਗਲੇ ਦਿਨ ਗੁਰਦੁਆਰੇ ਆਇਆ ਨਹੀਂ ਜੇ ਜਾਣਾ, ਕਿਉਂਕਿ ਹੰਕਾਰ ਰੂਪੀ ਮੈਲ ਆ ਗਈ ਨਾ ਵਿੱਚ। ਤੇ ਜਿੱਥੇ ਹੰਕਾਰ ਆ ਗਿਆ ਉੱਥੇ ਗੁਰੂ ਸਾਹਿਬ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਰਹਿਣਾ ਇੱਕ ਹੈ। ਜੇ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਹੈ ਨਾ ਸਿੱਖੋ, ਤੇ ਕਦੇ ਨਾ ਕਹੋ ਮੇਰਾ ਬੜਾ ਉਦਮ ਹੈ, ਬੜਾ ਵੱਡਾ ਮੈਂ ਨਿਤਨੇਮੀ ਹੈ। ਇਹ ਵੀ ਉਸ ਗੁਰੂ ਦੀ ਬਖਸ਼ਿਸ਼ ਹੈ ਜੇ ਸਵੇਰੇ ਉੱਠ ਕੇ ਉਹਦਾ ਧਿਆਨ ਧਰਦਾ ਪਿਆ ਹੈ। ਹਰ ਕੋਈ ਅੰਮ੍ਰਿਤ ਵੇਲੇ ਉੱਠ ਸਕਦਾ ਹੀ ਨਹੀਂ, ਹਰ ਕਿਸੇ ਕੋਲੋਂ ਉੱਠਿਆ ਨਹੀਂ ਜਾਂਦਾ। ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਮੇਰਾ ਤੇ ਕੁਝ ਹੈ ਹੀ ਨਹੀਂ, ਇਹ ਗੁਣ ਸਾਰੇ ਤੇਰੇ ਨੇ ਦਾਤਾ। ਜੇ ਨਿਮਰਤਾ ਦੇ ਵਿੱਚ ਚੱਲਦਾ ਹੈ ਤੇ ਕਿਆ ਕਰ, ਸੱਚੇ ਪਾਤਸ਼ਾਹ ਨੇ ਨਿਮਰਤਾ ਬਖਸ਼ਿਸ਼ ਕੀਤੀ ਹੈ। ਜੇ ਸੇਵਾ ਦੇ ਵਿੱਚ ਹੱਥ ਲੱਗਦੇ ਨੇ, ਕਿਆ ਕਰ, ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਹੈ। ਜੇ ਸੰਗਤ ਦੇ ਵਿੱਚ ਆ ਕੇ 1 ਘੰਟਾ ਬੈਠ ਜਾਣਾ ਹੈ, ਸਮਾਂ ਕੱਢ ਲੈਣਾ, ਤੇ ਕਿਆ ਕਰ, ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਹੈ। ਜੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਧਿਆਨ ਦੇ ਵਿੱਚ ਟਿਕ ਜਾਣਾ ਹੈ, ਜੁੜ ਜਾਣਾ ਹੈ, ਤੇ ਕਿਆ ਕਰ, ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਹੈ। ਤੇਰੀ ਬਖਸ਼ਿਸ਼ ਤੋਂ ਬਿਨਾਂ ਮੈਂ ਕੱਖ ਵੀ ਨਹੀਂ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਕਾਹਦਾ ਆਪਣਾ ਮਾਣ ਹੈ, ਕਾਹਦਾ ਆਪਣਾ ਹੰਕਾਰ ਹੈ। ਆਪਣਾ ਕੁਝ ਹੋਵੇ ਤੇ ਮਾਣ ਕਰੀਏ ਨਾ, ਆਪਣਾ ਕੁਝ ਹੋਵੇ ਤੇ ਹੰਕਾਰ ਕਰੀਏ ਨਾ। ਇੱਥੇ ਤੇ ਆਪਣਾ ਕੁਝ ਹੈ ਹੀ ਨਹੀਂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਉਹਦੇ ਗੁਣ ਤੋਂ ਭਗਤੀ ਵੀ ਨਹੀਂ ਹੋ ਸਕਦੀ। ਭਗਤੀ ਵਾਲਾ ਗੁਣ ਵੀ ਉਹ ਆਪ ਪ੍ਰਗਟ ਕਰਦਾ ਹੈ। ਭਗਤੀ ਵਾਲਾ ਦਾਤ, ਭਗਤੀ ਦੀ ਦਾਤ ਉਹ ਆਪ ਹਿਰਦੇ ਦੇ ਵਿੱਚ, ਝੋਲੀ ਦੇ ਵਿੱਚ ਪਾਉਂਦਾ ਹੈ। ਹਰ ਕਿਸੇ ਕੋਲੋਂ ਭਗਤ ਬਣਿਆ ਨਹੀਂ ਜਾਂਦਾ, ਹਰ ਕਿਸੇ ਕੋਲੋਂ ਅੰਮ੍ਰਿਤ ਵੇਲਾ ਸਾਂਭਿਆ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ, ਜਾਂ ਤੂੰ ਤੁਸੇ ਮਿਹਰਵਾਨ ਨੌ ਨਿਧ ਘਰ ਮਹਿ ਪਾਹੇ, ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ। ਜਦੋਂ ਦਾਤਾ ਤੂੰ ਤਰੁੱਠਦਾ ਹੈ ਨਾ, ਮੈਂ ਫੇਰ ਹੀ ਤੇਰੇ ਮੰਤਰ ਦਾ ਜਾਪ ਕਰਦਾ ਹਾਂ। ਤੇ ਮੰਤਰ ਤੋਂ ਮੈਨੂੰ ਗੱਲ ਯਾਦ ਆ ਗਈ, ਮੈਂ ਹੁਣ ਬੇਨਤੀ ਕਰ ਦੇਵਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਵੱਡਾ ਹੋਕਾ ਦੇ ਕੇ ਕਹਿ ਦਿੱਤਾ ਹੈ ਕਿ ਸਿੱਖ ਵਾਸਤੇ ਮੰਤਰ ਕੀ ਹੈ। ਕਿਸੇ ਸੱਜੇ ਖੱਬੇ ਜਾਣ ਦੀ ਲੋੜ ਕੋਈ ਨਹੀਂ, ਕਿਸੇ ਕੋਲੋਂ ਕੰਨ ਦੇ ਵਿੱਚ ਕੋਈ ਮੰਤਰ ਲੈਣ ਦੀ ਲੋੜ ਕੋਈ ਨਹੀਂ। ਬਹੁਤ ਤੁਰੇ ਫਿਰਦੇ ਨੇ ਕੰਨਾਂ ਦੇ ਵਿੱਚ ਫੂਕਾਂ ਮਾਰਨ ਵਾਲੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਦੇ ਬਰਾਬਰ ਦੂਜਾ ਮੰਤਰ ਕੋਈ ਹੋ ਨਹੀਂ ਸਕਦਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਇਹ ਮੰਤਰਾਂ ਦੇ ਵਿੱਚੋਂ ਸਰਮੌਰ ਮੰਤਰ ਹੈ ਵਾਹਿਗੁਰੂ ਦਾ ਮੰਤਰ। ਜੰਤਰਾਂ ਦੇ ਵਿੱਚੋਂ ਸਰਮੌਰ ਜੰਤਰ ਹੈ ਵਾਹਿਗੁਰੂ ਦਾ ਮੰਤਰ। ਇਹਦੇ ਬਰਾਬਰ ਕੋਈ ਦੂਜਾ ਮੰਤਰ ਹੋ ਹੀ ਨਹੀਂ ਸਕਦਾ, ਇਹਦੇ ਬਰਾਬਰ ਕੋਈ ਦੂਜਾ ਮੰਤਰ ਹੈ ਹੀ ਨਹੀਂ। ਭਾਈ ਗੁਰਦਾਸ ਜੀ ਨੇ ਨਿਰਣਾ ਕਰ ਦਿੱਤਾ ਹੈ। ਇੱਥੇ ਜਦੋਂ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਨਾ ਸਿੱਖੋ, ਤੇ ਅੰਮ੍ਰਿਤ ਪ੍ਰਵਾਨ ਕਰਵਾਉਂਦਿਆਂ ਹੋਇਆਂ 5 ਪਿਆਰੇ ਸਾਹਿਬਾਨ ਫਿਰ ਅਖੀਰ ਤੇ ਮੰਤਰ ਦਿੰਦੇ ਨੇ, ਗੁਰਮੰਤਰ ਦਿੰਦੇ ਨੇ, ਤੇ ਉੱਚੀ ਆਵਾਜ਼ ਦੇ ਵਿੱਚ ਹੋਕਾ ਦੇ ਕੇ ਦਿੰਦੇ ਨੇ, ਸਿੱਖੋ ਸਾਡੇ ਮਗਰ ਪੜ੍ਹਨਾ ਕਰੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। 5 ਵਾਰ ਇਹ ਰਿਪੀਟ ਕਰਵਾਇਆ ਜਾਂਦਾ ਹੈ। 5 ਵਾਰ ਵਾਹਿਗੁਰੂ ਦਾ ਜਾਪ ਕਰਵਾਇਆ ਜਾਂਦਾ ਹੈ, ਮੰਤਰ ਦਿੱਤਾ ਜਾਂਦਾ ਹੈ, ਤੇ ਨਾਲ ਕਿਹਾ ਜਾਂਦਾ ਹੈ ਇਹ ਮੰਤਰ ਸਿੱਖ ਵਾਸਤੇ ਸਰਮੌਰ ਹੈ। ਇਸ ਤੋਂ ਬਾਬਤ ਦੂਜਾ ਮੰਤਰ ਕਿਸੇ ਸਿੱਖ ਨੇ ਲੈਣਾ ਹੀ ਨਹੀਂ। ਲੋਕ ਕੰਨਾਂ ਦੇ ਵਿੱਚ ਫੂਕਾਂ ਮਾਰਦੇ ਨੇ, ਵਾਹਿਗੁਰੂ ਨੇ ਤਰੁੱਟ ਕੇ ਸ਼ਰੇਆਮ ਮੰਤਰ ਦਿੱਤਾ ਹੈ। ਫੂਕ ਮਾਰਨ ਦੀ ਲੋੜ ਕੀ ਹੈ, ਕੰਨ ਦੇ ਵਿੱਚ ਮੰਤਰ ਸੁਣਾਉਣ ਦੀ ਲੋੜ ਕੀ ਹੈ। ਇੱਥੇ ਲੋਕ ਮੰਤਰ ਲੈ ਲੈਂਦੇ ਨੇ, ਤੇ ਜਿਹੜਾ ਮੰਤਰ ਦੇ ਰਿਹਾ ਹੁੰਦਾ ਉਹ ਕਹਿੰਦਾ ਭਾਈ ਦੱਸਣਾ ਨਹੀਂ ਕਿਸੇ ਨੂੰ, ਇਹ ਮੰਤਰ ਤੇਰੇ ਵਾਸਤੇ ਹੀ ਹੂੰ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ, ਗੁਰੂ ਸਾਹਿਬ ਕਹਿੰਦੇ ਆਪ ਜਪੈ ਅਵਰਾ ਨਾਮ ਜਪਾਵੇ। ਭਾਈ ਜੇ ਆਪ ਗੁਰੂ ਘਰ ਵੱਲ ਨੂੰ ਆਉਣਾ ਹੈ ਨਾ, ਤੇ ਕੋਸ਼ਿਸ਼ ਕਰਿਆ ਕਰ ਕਿਸੇ ਦੀ ਬਾਂਹ ਫੜ ਕੇ ਗੁਰਦੁਆਰੇ ਲੈ ਆਇਆ ਕਰ, ਕੋਸ਼ਿਸ਼ ਕਰਿਆ ਕਰ। ਉਹ ਜਿਹੜਾ ਕਿਤੇ ਡਿੱਗਾ ਹੋਇਆ ਨਾ ਚਿੱਕੜ ਦੇ ਵਿੱਚ,
ਉਹਨੂੰ ਚਿੱਕੜ ਦੇ ਵਿੱਚੋਂ ਆਪਣੀ ਬਾਂਹ ਦੇ ਕੇ, ਹੱਥ ਦੇ ਕੇ ਇਹਨਾਂ ਨੂੰ ਕੱਢ ਲਿਆ ਕਰ, ਜਿਸ ਤਰ੍ਹਾਂ ਬਾਬੇ ਨਾਨਕ ਨੇ ਚਿੱਕੜ ਦੇ ਵਿੱਚੋਂ ਕੱਢਿਆ ਹੈ ਲੋਕਾਂ ਨੂੰ। ਭਾਈ ਲਹਿਣੇ ਨੇ ਪੁੱਛਿਆ ਸੀ ਇੱਕ ਦਿਨ, ਪਾਤਸ਼ਾਹ ਇਹਨਾਂ ਦੇ ਨਾਲ ਕਿਉਂ ਵਰਤਦੇ ਹੋ ਜਿਹੜੇ ਮਲੀਨ ਨੇ? ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਤਾਂ ਕਰਕੇ ਬੈਠਦਾ ਏ, ਇਹ ਚਿੱਕੜ ਦੇ ਵਿੱਚ ਨੇ, ਤੇ ਚਿੱਕੜ ਦੇ ਵਿੱਚੋਂ ਕੱਢਣ ਲਈ ਚਿੱਕੜ 'ਚ ਵੜਨਾ ਵੀ ਪੈਂਦਾ ਹੈ, ਵੜਨਾ ਵੀ ਪੈਂਦਾ ਹੈ। ਜੇ ਕੋਈ ਡਿੱਗਾ ਹੈ ਤੇ ਗੁਰੂ ਦੇ ਸਿੱਖ ਦਾ ਇਹ ਫਰਜ਼ ਹੈ ਡਿੱਗੇ ਹੋਏ ਨੂੰ ਉਠਾ ਦਿਓ, ਗੁਰੂ ਦੇ ਸਿੱਖ ਦਾ ਇਹ ਫਰਜ਼ ਹੈ। ਜੇ ਕੋਈ ਮਲੀਨ ਹੈ, ਦਲਦਲ ਦੇ ਵਿੱਚ ਖੁੱਭਿਆ ਹੋਇਆ ਹੈ, ਤੇ ਗੁਰੂ ਦਾ ਹੋਕਾ ਦੇ ਕੇ, ਆਵਾਜ਼ ਦੇ ਕੇ ਉਹਨੂੰ ਕਹੋ, ਭਾਈ ਆ ਗੁਰਦੁਆਰੇ ਚੱਲੀਏ, ਤੇਰੀ ਕਿਤੇ ਗਤੀ ਹੋ ਜਾਵੇਗੀ, ਬਾਂਹ ਫੜ ਕੇ ਗੁਰਦੁਆਰੇ ਲੈ ਆਓ। ਇਹ ਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ, ਸਿੱਖ ਦੇ ਸੁਭਾਅ ਦੇ ਵਿੱਚ ਇਹ ਵਰਤਣਾ ਚਾਹੀਦਾ ਹੈ, ਗੁਰੂ ਦਾ ਹੋਕਾ। ਤੇ ਮੈਂ ਤੇ ਬੇਨਤੀ ਕਰਦਾ ਹੁੰਦਾ, ਕੱਲੇ ਅਸੀਂ ਥੋੜਾ ਪ੍ਰਚਾਰਕ ਹਾਂ, ਸਟੇਜ ਤੇ ਬੈਠੇ ਪ੍ਰਚਾਰ ਕਰ ਰਹੇ ਹਾਂ। ਇੱਥੇ ਤੇ ਬਾਬੇ ਨਾਨਕ ਨੇ ਕੱਲੇ ਕੱਲੇ ਸਿੱਖ ਨੂੰ ਪ੍ਰਚਾਰਕ ਬਣਾਇਆ, ਆਪਣੀ ਜ਼ਿੰਮੇਵਾਰੀ ਸਮਝੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਇਹ ਵਾਰ ਦੀਆਂ ਪੰਕਤੀਆਂ ਨੂੰ ਧਿਆਨ ਨਾਲ ਪੜੋ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਹਰੇਕ ਘਰ ਗੁਰੂ ਦੀ ਧਰਮਸਾਲ ਹੋਣਾ ਚਾਹੀਦਾ ਹੈ, ਹਰੇਕ ਘਰ ਦੇ ਵਿੱਚੋਂ ਬਾਬੇ ਨਾਨਕ ਦਾ ਹੋਕਾ ਉੱਠਣਾ ਚਾਹੀਦਾ ਹੈ, ਹਰੇਕ ਘਰ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਣੀ ਚਾਹੀਦੀ ਹੈ, ਹਰੇਕ ਸਿੱਖ ਬਾਬੇ ਨਾਨਕ ਦਾ ਪ੍ਰਚਾਰਕ ਹੋਣਾ ਚਾਹੀਦਾ ਹੈ ਤੇ ਹੋਕਾ ਦੇਣ ਵਾਲਾ ਹੋਣਾ ਚਾਹੀਦਾ ਹੈ। ਭਾਵੇਂ ਪੈਂਟ ਸ਼ਰਟ ਦੇ ਵਿੱਚ ਬੈਠੇ ਹੋ, ਪਰ ਬਾਬੇ ਨਾਨਕ ਦੀ ਗੱਲ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਸ਼ਹਿਰ ਚਿੱਟਾ ਲਿਬਾਸ ਪਹਿਨ ਕੇ ਸਟੇਜ ਤੇ ਬੈਠ ਕੇ ਹੀ ਪ੍ਰਚਾਰ ਹੋਣਾ ਹੈ, ਨਹੀਂ। ਆਪਣੀ ਡਿਊਟੀ ਕਰਦੇ ਹਾਂ, ਨਾਲ ਦੇ ਨੂੰ ਗੁਰੂ ਦੀ ਗੱਲ ਕੋਈ ਗਾਥਾ ਸੁਣਾ ਸਕਦੇ ਹਾਂ, ਕਹਿ ਸਕਦੇ ਹਾਂ। ਹਰੇਕ ਸਿੱਖ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਪ੍ਰਚਾਰਕ ਹੋਵੇ ਗੁਰੂ ਘਰ ਦਾ, ਗੁਰੂ ਦੀ ਸਿੱਖਿਆ ਨੂੰ ਨਾਲ ਲੈ ਕੇ ਚੱਲਦਾ ਹੋਵੇ। ਗੁਰੂ ਸਾਹਿਬ ਕਹਿੰਦੇ, ਜਾਂ ਤੂੰ ਤੁਸੇ ਮਿਹਰਵਾਨ ਨੌ ਨਿਧ ਘਰ ਮੈਂ ਪਾਹੇ, ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ। ਫਿਰ ਸ਼ਬਦ ਕਹਿੰਦੇ, ਜਾ ਤੂੰ ਤੁਸੇ ਮਿਹਰਵਾਨ। ਐ ਦਾਤਾ, ਜਦੋਂ ਤੂੰ ਤਰੁੱਠਦਾ ਏ, ਮਿਹਰ ਦੇ ਘਰ ਦੇ ਵਿੱਚ ਆਉਣਾ ਏ, ਤਾਂ ਤਦੋਂ, ਤਾਂ ਸ਼ਰਤੀ ਹੈ ਤਦੋਂ। ਨਾਨਕ ਹੈ ਨਾਨਕ ਸੱਚ ਸਮਾਹੇ, ਮੈਂ ਤੇਰੇ ਵਿੱਚ ਸਮਾ ਜਾਂਦਾ ਏ, ਮੈਂ ਸੱਚ ਦੇ ਵਿੱਚ ਓਤ ਪੋਤ ਹੋ ਜਾਂਦਾ ਏ। ਅੱਗੇ ਪੌੜੀ ਦੇ ਵਿੱਚ ਮਹੱਲਾ ਪੰਜਵੇਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਮਹੱਲਾ ਪੰਜਵਾਂ, ਕਿਤੀ ਬਹਿਣ ਬਹਿਣੇ ਮੁੱਚ ਵਜਾਇਨ ਵੱਜ। ਕਹਿੰਦੇ, ਤੂੰ ਕਾਹਦਾ ਮਾਣ ਕਰਦਾ ਭਲਿਆ, ਤੂੰ ਕਾਹਦਾ ਹੰਕਾਰ ਚੱਕੀ ਫਿਰਦਾ ਹੈ ਕਿ ਤੇਰਾ ਬੜਾ ਨਾਂ ਹੈ, ਤੇਰੀ ਬੜੀ ਚੱਲਦੀ ਹੈ, ਤੇਰਾ ਬੜਾ ਰੁਤਬਾ ਹੈ। ਗੁਰੂ ਸਾਹਿਬ ਕਹਿੰਦੇ, ਕਾਹਦਾ ਮਾਣ ਚੱਕੀ ਫਿਰਦਾ ਹੈ? ਇੱਥੇ ਜਿਹੜੇ ਆਪਣਾ ਜ਼ੋਰ ਚਲਾਉਂਦੇ ਸੀ, ਅੱਜ ਉਹ ਲੱਭਦੇ ਕਿਤੇ ਨਹੀਂ, ਚਲੇ ਗਏ। ਤੇ ਗਏ ਵੀ ਕੀ ਲੈ ਕੇ? ਖਾਲੀ ਹੱਥ ਗਏ, ਕੁਝ ਨਾਲ ਨਹੀਂ ਲੈ ਕੇ ਗਏ, ਕੁਝ ਨਾਲ ਨਹੀਂ ਲਾ ਕੇ ਗਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ ਖੇ। ਜੇ ਉਹਦੀ ਨਿਗਾਹ ਦੇ ਵਿੱਚ ਨਹੀਂ ਆਇਆ ਤੇ ਭਾਵੇਂ ਤੇਰੀਆਂ ਦੁਨੀਆ ਦੇ ਵਿੱਚ ਚੱਲਦੀ ਕਿਉਂ ਨਾ ਹੋਵੇ, ਇਹ ਕਿਸੇ ਥਾਂ ਨਹੀਂ ਪੈਣੀ। ਪ੍ਰਮਾਤਮਾ ਦੇ ਘਰ ਦੇ ਵਿੱਚ ਤੂੰ ਆਪਣੇ ਜੀਵਨ ਦੀ ਬਾਜੀ ਹਾਰ ਕੇ ਜਾਣਾ ਹੈ, ਤੂੰ ਹਾਰ ਕੇ ਜਾਵੇਂਗਾ। ਤੂੰ ਕਾਹਦਾ ਮਾਣ ਕਰਦਾ ਹੈ? जोगी जति ब्रह्मचारी बड़े बड़े छत्रधारी, छत्र ही की छाया कई कोस लो चलत हैं। बड़े बड़े राजन के दावत फिरत देश, बड़े बड़े राजन के धर्म को दलत हैं। तो फिर अखीर ते गुरु गोबिंद सिंह महाराज कहते ने, मान से दलीसर दुर्योधन से छत्रधारी, भोग भोग भूम अंत भूम में मिलत हैं। इत्थे ते दुर्योधन वर्गे जेड़े कहते सी बड़ी वड्डी सैना मगर लैके तुरे फिरदे हैं, बड़े बड़े दलीसर बड़े बड़े सूरमे जेड़े कहते सी साडी बड़ी चलदी है, इत्थे कई आए ते कई बह के चले गए। इत्थे 1 लाख पूत 1.25 लाख नाती, ते रावण कर दिया ना बाती। जेड़ा कहंदा सी मैं लंकेश हाँ, मैं राजा हाँ, मेरी अमीरी है, कहंदे ओदा भी कोई थां टिकाणा नहीं लब्भा, वो भी चला गया। इत्थे रहा कोई नहीं, तू कादा मान करदा है? जदों असीं रावण की गल करदे हैं ना, चलो मैं थोड़ा जिहा हुण इहदे पासे गल करदा तुरिया जावां, गल दे विचों गल तुर पई। कुछ बंदियां दे विच गुण भी हुंदे ने, कुछ बंदियां दे विच अवगुण भी हुंदे ने। रावण नूं साड़िया जांदा है,
ਪਰ ਆਪ ਜੀ ਨੂੰ ਪਤਾ ਹੋਵੇਗਾ ਪਹਿਲਾਂ ਇੱਕ ਪ੍ਰਥਾ ਚੱਲਦੀ ਸੀ, ਹੁਣ ਤੇ ਪਤਾ ਨਹੀਂ। ਰਾਵਣ ਨੂੰ ਸਾੜਨ ਤੋਂ ਪਹਿਲਾਂ ਰਾਵਣ ਦੇ ਘੇਰੇ ਘੇਰੇ ਪਰਿਕਰਮਾ ਕੀਤੀ ਜਾਂਦੀ ਸੀ, ਪਰਿਕਰਮਾ ਕੀਤੀ ਜਾਂਦੀ, ਅੱਜ ਵੀ ਕਰਨ ਵਾਲੇ ਕਰਦੇ ਹੋਣਗੇ। ਹੁਣ ਪਰਿਕਰਮਾ ਕਿਸ ਦੀ ਕੀਤੀ ਜਾਂਦੀ? ਜਿਹੜਾ ਬੜਾ ਮਹਾਨ ਹੋਵੇ, ਜਿਹੜਾ ਗੁਨਾਹ ਕਰਕੇ ਬੜਾ ਵੱਡਾ ਹੋਵੇ, ਮਹਾਨ ਹੋਵੇ। ਤੇ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਪ੍ਰੇਮ ਦੀ ਗੱਲ ਦੇ ਬਾਬਤ, ਤੇ ਰਾਵਣ ਨੇ ਆਪਣੇ ਸ਼ਿਵ ਜੀ ਨੂੰ ਸਿਰ ਭੇਟਾ ਕਰ ਦਿੱਤਾ ਹੈ। ਜਦੋਂ ਅਖੀਰ ਤੇ ਰਾਮਚੰਦਰ ਜੀ ਨੇ ਤੀਰ ਮਾਰਿਆ ਨਾ ਰਾਵਣ ਨੂੰ, ਤੇ ਰਾਵਣ ਨੂੰ ਤੀਰ ਮਾਰਿਆ ਤੇ ਲక్ష్మణ ਨੂੰ ਇੱਕ ਗੱਲ ਸ੍ਰੀ ਰਾਮਚੰਦਰ ਜੀ ਕਹਿੰਦੇ ਨੇ, ਕਹਿੰਦੇ ਲక్ష్మణ ਅੱਜ ਇੱਕ ਬੜਾ ਭਾਰੀ ਪੁਰਖ, ਬੜਾ ਗੁਣਵਾਨ ਪੁਰਸ਼ ਧਰਤੀ ਤੇ ਡੇਗ ਦਿੱਤਾ ਹੈ, ਵੱਧ ਕਰ ਦਿੱਤਾ ਹੈ। ਬੜਾ ਭਾਰੀ ਗੁਣਵਾਨ ਪੁਰਸ਼ ਧਰਤੀ ਤੇ ਡੇਗ ਦਿੱਤਾ ਹੈ। ਕਮਾਲ ਦੀ ਗੱਲ ਵੇਖੋ, ਇੱਥੇ ਜਪਜੀ ਸਾਹਿਬ ਕਿਸੇ ਨੂੰ ਯਾਦ ਨਹੀਂ ਹੁੰਦਾ, ਤੇ 4 ਵੇਦਾਂ ਦਾ ਗਿਆਤਾ ਹੈ ਰਾਵਣ, ਚਾਰੇ ਵੇਦ ਉਹਨੂੰ ਜ਼ੁਬਾਨੀ ਯਾਦ ਨੇ। ਤੇ ਲਾਲਾ ਦੌਲਤ ਰਾਏ ਨੇ ਇੱਕ ਬੜੇ ਸੋਹਣੇ ਸ਼ਬਦ ਵੈਸੇ ਲਿਖੇ ਨੇ, ਮੈਂ ਲਾਲਾ ਦੌਲਤ ਰਾਏ ਦੇ ਸ਼ਬਦ ਤੁਹਾਡੇ ਸਾਹਮਣੇ ਕੋਡ ਕਰ ਰਿਹਾ। ਉਹ ਕਹਿੰਦੇ ਰਾਮਾਇਣ ਦਾ ਯੁੱਧ ਕੋਈ ਧਰਮ ਕਰਕੇ ਨਹੀਂ ਹੋਇਆ, ਰਾਮਾਇਣ ਦਾ ਯੁੱਧ ਕੋਈ ਦੇਸ਼ ਕਰਕੇ ਨਹੀਂ ਹੋਇਆ, ਰਾਮਾਇਣ ਦਾ ਯੁੱਧ ਕੋਈ ਸੱਚ ਨੂੰ ਰੱਖਣ ਵਾਸਤੇ ਨਹੀਂ ਹੋਇਆ। ਤੇ ਫਿਰ ਕਹਿੰਦੇ ਕਿਉਂ ਹੋਇਆ ਹੈ? ਕਹਿੰਦੇ ਰਾਮਾਇਣ ਦਾ ਯੁੱਧ ਹੋਇਆ 2 ਇਸਤਰੀਆਂ ਕਰਕੇ। ਇੱਕ ਪਾਸੇ ਸੀਤਾ ਹੈ ਸ੍ਰੀ ਰਾਮਚੰਦਰ ਜੀ ਦੀ ਘਰ ਵਾਲੀ, ਰਾਵਣ ਦੀ ਭੈਣ ਦਾ ਨੱਕ ਕੱਟ ਦਿੱਤਾ ਹੈ ਲక్ష్మణ ਨੇ, ਨੱਕ ਕੱਟ ਦਿੱਤਾ ਹੈ। ਹੁਣ ਰਾਜਾ ਸੀ, ਲੰਕੇਸ਼ ਸੀ, ਭੈਣ ਦਾ ਨੱਕ ਕੱਟਿਆ ਗਿਆ, ਇੱਜ਼ਤ ਦਾ ਸਵਾਲ ਬਣ ਗਿਆ, ਹੱਦ ਹੋ ਗਈ, ਮੇਰੀ ਭੈਣ ਦਾ ਨੱਕ ਕੱਟ ਦਿੱਤਾ ਹੈ। ਕਿਉਂਕਿ ਸਵੰਬਰ ਦੀ ਪ੍ਰਥਾ ਚੱਲਦੀ ਸੀ, ਤੇ ਸਰੂਪਨਖਾ ਨੇ ਕਿਹਾ ਸੀ ਮੈਂ ਲక్ష్మణ ਦੇ ਗਲ ਦੇ ਵਿੱਚ ਫੁੱਲ ਮਾਲਾ ਪਤੀ ਮੰਨਣਾ ਹੈ, ਤੇ ਲక్ష్మణ ਨੇ ਨੱਕ ਹੀ ਵੱਢ ਸੁੱਟਿਆ। ਇਹ ਪਹਿਲੂ ਨੇ, ਇਤਿਹਾਸ ਦੇ ਪਹਿਲੂ ਨੇ। ਸਮਾਂ ਆਇਆ ਰਾਵਣ ਨੇ ਸੀਤਾ ਦਾ ਹਰਨ ਕਰ ਲਿਆ, ਚੁੱਕ ਲਿਆ। ਪਰ ਅਖੀਰ ਤੇ ਜਿਹੜੇ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ, ਰਾਮਚੰਦਰ ਜੀ ਨੇ ਕਿਹਾ ਹੈ ਅੱਜ ਬੜਾ ਵੱਡਾ ਇੱਕ ਧਨਵਾਨ, ਇੱਕ ਗੁਣਕਾਰੀ ਪੁਰਸ਼ ਅਸੀਂ ਧਰਤੀ ਤੇ ਸੁੱਟ ਦਿੱਤਾ ਹੈ, ਲక్ష్మణ ਨੂੰ ਕਹਿੰਦੇ ਨੇ। ਤੇ ਲక్ష్మణ ਨੂੰ ਕਹਿੰਦੇ ਲక్ష్మణ ਜਾ ਇਹਦੇ ਕੋਲੋਂ ਕੋਈ ਸਿੱਖਿਆ ਲੈ ਲੈ, ਇਹਦੇ ਕੋਲੋਂ ਕੋਈ ਸਿੱਖਿਆ ਲੈ ਲੈ। ਲక్ష్మణ ਗਿਆ ਤੇ ਸਿਰ ਵਾਲੇ ਪਾਸੇ ਜਾ ਕੇ ਖੜਾ ਹੋ ਗਿਆ। ਰਾਵਣ ਚੁੱਪ ਚਪੀਤਾ, ਅੱਖਾਂ ਮੀਟੀ, ਧਰਤੀ ਤੇ ਲੇਟਿਆ ਹੈ, ਸਾਹ ਅਜੇ ਚੱਲਦੇ ਨੇ। ਉਹਨੇ ਵੇਖਿਆ ਸਿਰ ਵਾਲੇ ਪਾਸੇ ਖੜਾ ਹੈ, ਤੇ ਰਾਵਣ ਖਿੜਖੜਾ ਕੇ ਹੱਸਿਆ, ਤੇ ਲక్ష్మణ ਭਰਿਆ ਪੀਤਾ ਫਿਰ ਵਾਪਸ ਆ ਗਿਆ। ਆਪਣੇ ਭਰਾ ਨੂੰ ਕਹਿੰਦਾ ਹੈ ਉਹਨੇ ਤੇ ਕੋਈ ਗੁਣ ਦਿੱਤਾ ਹੀ ਨਹੀਂ, ਸਗੋਂ ਹੱਸਿਆ ਹੈ। ਤੇ ਸ੍ਰੀ ਰਾਮਚੰਦਰ ਜੀ ਕਹਿਣ ਲੱਗੇ ਤੈਨੂੰ ਲੈਣਾ ਆਉਂਦਾ ਹੀ ਨਹੀਂ। ਲੈਣ ਵਾਲਾ ਜਿਹੜਾ ਹੁੰਦਾ ਹੈ ਨਾ, ਉਹ ਕਦੇ ਸਿਰ ਵਾਲੇ ਪਾਸੇ ਜਾ ਕੇ ਨਹੀਂ ਖੜਦਾ, ਪੈਰਾਂ ਵਾਲੇ ਪਾਸੇ ਜਾ ਕੇ ਖੜਦਾ। ਪੈਰਾਂ ਵਾਲੇ ਪਾਸੇ ਜਾ ਕੇ ਖੜ, ਜੇ ਕੁਝ ਲੈਣਾ ਹੈ ਤੇ ਜਾ ਕੇ ਪੈਰਾਂ ਵਾਲੇ ਪਾਸੇ ਖੜ ਕੇ ਕਹਿੰਦਾ ਹੈ, ਰਾਵਣ ਨੂੰ ਕਹਿੰਦਾ ਹੈ ਮੇਰੇ ਭਰਾ ਨੇ ਕਿਹਾ ਤੁਸੀਂ ਵਿਦਵਾਨ ਹੋ, ਮਹਾਨ ਪੁਰਸ਼ ਹੋ, ਗੁਣਕਾਰੀ ਹੋ, ਕੋਈ ਸਿੱਖਿਆ ਦੇ ਕੇ ਚਲੇ ਜਾਓ, ਅਖੀਰਲੇ ਤੁਹਾਡੇ ਸਵਾਸ ਨੇ। ਤੇ ਕਹਿੰਦੇ ਰਾਵਣ ਕਹਿਣ ਲੱਗਾ ਲక్ష్మణ ਜੋ ਨੇਕੀ ਦਾ ਕੰਮ ਕਰਨਾ ਹੈ ਅੱਜ ਕਰ ਲੈ, ਕੱਲ ਕਦੇ ਨਹੀਂ ਆਉਂਦੀ, ਕੱਲ ਕਦੇ ਨਹੀਂ ਆਉਂਦੀ, ਕੱਲ ਆਉਂਦਾ ਹੀ ਨਹੀਂ। ਜਿਹੜਾ ਨੇਕੀ ਦਾ ਕੰਮ ਕਰਨਾ ਹੈ, ਅਜੇ ਬੁਰਾਈ ਦਾ ਕੰਮ ਕੱਲ ਤੇ ਸੁੱਟ ਦਿਓ, ਹੋ ਸਕਦਾ ਕਿਤੇ ਟਲ ਜਾਵੇ। ਪਰ ਜਿਹੜਾ ਨੇਕੀ ਦਾ ਕੋਈ ਕਰਮ ਕਰਨਾ ਹੈ ਉਹ ਅੱਜ ਹੀ ਕਰ ਲਓ, ਹੋ ਸਕਦਾ ਕੱਲ ਮੌਕਾ ਮਿਲੇ ਕਿ ਨਾ ਮਿਲੇ, ਕੱਲ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈ। ਜੋ ਕੁਝ ਕਰਨਾ ਹੈ ਹੁਣ ਕਰ ਲਓ, ਜੋ ਕੁਝ ਕਰਨਾ ਹੈ ਅੱਜ ਕਰ ਲਓ, ਹੁਣੇ ਕਰ ਲਓ, ਹੁਣੇ ਸਮਾਂ ਹੈ, ਕੱਲ ਨਹੀਂ ਹੋਵੇਗਾ। ਰਾਵਣ ਨੇ ਇਹ ਅਖੀਰ ਤੇ ਸਿੱਖਿਆ ਦਿੱਤੀ ਹੈ ਰਾਮ ਦੇ ਭਰਾ ਲక్ష్మణ ਨੂੰ। ਅੱਜ ਵੀ ਜਦੋਂ ਸੰਸਕਾਰ ਕਰਦੇ ਨੇ, ਤੇ ਸੰਸਕਾਰ ਕਰਨ ਤੋਂ ਪਹਿਲਾਂ ਜਦੋਂ ਲੈ ਕੇ ਜਦੋਂ ਅੱਗ ਲਾਉਂਦੇ ਨੇ, ਜਲਾਉਂਦੇ ਨੇ ਪੁਤਲਾ ਰਾਵਣ ਦਾ, ਪਹਿਲਾਂ ਪਰਿਕਰਮਾ ਕੀਤੀਆਂ ਜਾਂਦੀਆਂ ਨੇ। ਤੇ ਹੈਰਾਨੀ ਹੁੰਦੀ, ਇੱਕ ਪਾਸੇ ਪਰਿਕਰਮਾ ਵੀ ਕੀਤੀਆਂ ਜਾਂਦੀਆਂ ਨੇ, ਇੱਕ ਪਾਸੇ ਫਿਰ ਸਾੜਿਆ ਵੀ ਜਾਂਦਾ ਹੈ। ਖੈਰ ਨੇਕੀ ਉੱਤੇ ਬਦੀ ਦਾ, ਬਦੀ ਉੱਤੇ ਨੇਕੀ ਦਾ ਇਹ ਸਿੰਬਲ ਜਿਹੜਾ ਹੈ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਵੱਡੇ ਵੱਡੇ ਆਏ ਰਾਵਣ ਵਰਗੇ, ਚਲੇ ਗਏ, ਨਹੀਂ ਲੱਭਾ ਕੁਝ ਵੀ, ਹੰਕਾਰੀ ਹੋ ਗਿਆ ਸੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਖੀਰ ਤੇ ਕਹਿੰਦਾ ਸੀ, ਝੁਕਿਆ ਨਹੀਂ, ਕਹਿਣ ਲੱਗਾ ਨਹੀਂ ਮੈਂ ਨਹੀਂ ਝੁਕਾਂਗਾ, ਆਪਣੀ ਗਲਤੀ ਨਹੀਂ ਮੰਨਾਂਗਾ। ਹੰਕਾਰ ਹੋ ਜਾਵੇ ਫਿਰ ਬੰਦਾ ਆਪਣੀ ਗਲਤੀ ਕਿੱਥੇ ਮੰਨਦਾ ਹੈ, ਫਿਰ ਹੰਕਾਰ ਕਰਕੇ ਸਿਰ ਕਿੱਥੇ ਝੁਕਦਾ ਹੈ। ਕਹਿਣ ਲੱਗੇ ਨੇ ਗੁਰੂ ਸਾਹਿਬ ਕਹਿੰਦੇ ਕਿਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ, ਨਾਨਕ ਹੈ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ। ਇੱਕ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਕਿਸੇ ਦੀ ਲੱਜਿਆ ਰਹੀ ਨਹੀਂ, ਇੱਥੇ ਕਿਸੇ ਨੂੰ ਕੁਝ ਪ੍ਰਾਪਤੀ ਹੋਈ ਨਹੀਂ। ਪੈਸਾ ਬਹੁਤ ਕਮਾ ਲਿਆ ਹੋਵੇਗਾ, ਦੌਲਤ ਬਹੁਤ ਕਮਾ ਲਈ ਹੋਵੇਗੀ, ਪਰ ਜੀਵਨ ਦੀ ਬਾਜੀ ਹਾਰ ਕੇ ਗਏ ਨੇ ਲੋਕ। ਵੱਡੇ ਵੱਡੇ ਬਾਦਸ਼ਾਹ, ਵੱਡੇ ਵੱਡੇ ਦਰਵੇਸ਼, ਆਪਣੇ ਆਪ ਨੂੰ ਵੱਡੇ ਵੱਡੇ ਯੋਧੇ ਕਹਿਣ ਵਾਲੇ ਹਾਰ ਕੇ ਗਏ ਨੇ। ਇੱਥੇ ਸਵਈਆ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਹਮਣੇ ਆ ਜਾਂਦਾ ਹੈ। ਸੁਧ ਸਪਾ ਦੁਰੰਤ ਦਬਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲेंगे, तोर अरीन मरोर मवासन माते मतंगन मान मलेंगे, श्रीपत श्री भगवान कृपा बिन त्याग जहान निदान चलेंगे। कलगीधर पातशाह कहते ने कि बड़े वड्डे वड्डे सूरमे जिन्हां दीयां बाहां दे विच बड़ी ताकत है, एडे वड्डे वड्डे सूरमे पहाड़ां दे नाल मत्था ला लैन ते पहाड़ ते अपनी चोटी तो अपनी जगह तो खिसक जाण, पर वो एक कदम पछां ना पुट्टन। इन्ने वड्डे वड्डे सूरमे कि बाहां दी ताकत दे नाल वैरियां दीयां धौणां मरोड़ के सुੱਟ दिंदे होण। देश नूं जिੱਤਣ वाले दुनिया नूं जिੱਤਣ वाले अखीर दे विच गए ने। दुनिया बेशक जिੱਤ के गए होण पर अंदर दी बाजी हार के गए ने। परमात्मा दे घर दे विच थां नहीं मिली, परमात्मा दे घर दे विच कबूल नहीं होए। गुरु साहिब कहंदे ने नानक सच्चे नाम विण, एक सच्चे नाम तो बिना, बंदगी तो बिना, सिमरन तो बिना किसे ना रही आ लज, किसे दी इज्जत नाल नहीं गई। अपनी पत गवा के गए ने, अपनी लज्जिया नाल नहीं लैके गए। लज्जा रहिंदी है, इज्जत रहिंदी है जे गुरु दी बख्शिश होवे, गुरु दी बंदगी होवे। अगे पौड़ी दे विच कहंदे ने तुद ध्यान बेद कतेबा सण खड़े। ऐ वाहिगुरू जीओ आप जी नूं वेद भी याद करते हैं, वेदां दे विच भी तुहाडा ही गायन है, तुहाडी कीर्ति है। एक शब्द मैं तुहाडे सामने रख दिना, समा भी हो गया है। बड़े गहरे बोल ने गुरु साहिब जी दे। असी गुरु ग्रंथ साहिब नूं पढ़ते हैं, पढ़ते सारे ही हाँ, विचार नहीं करते। कई बार बहुते पढ़ते भी नहीं, माफ़ करो। अजे तो अद्धी दुनिया साडी इदां दी होनी है, 80% लोग वो होने ने जिन्हां ने गुरु ग्रंथ साहिब का सहज पाठ नहीं किया होना, तो मुद्दे असी दसम ग्रंथ दे छेड़ के बह जाने। अजे पता सानू गुरु ग्रंथ साहिब का नहीं, माफ करे मैं शब्द कह रहा। गुरु साहिब का एक शब्द आउंदा है, जे तू नहीं अपने जीवन नूं सुधारदा तो की कवेंगा हुण ग्रंथां दे विच कोई कमी है, ग्रंथां दे विच कोई घाट है? नहीं। गुरु साहिब कहंदे वेद कतेब कहो मत झूठे, झूठा जो ना विचारे। कोई ग्रंथ झूठा नहीं है, कोई वेद झूठा नहीं, कोई कतेब झूठा नहीं। झूठा वो है जिहड़ा विचार नहीं करदा, जिहड़ा विचार नहीं करदा। कबीर साचा सतगुर क्या करे जो सिखा मैं चूक। की कर लोगे उत्थे जो अगला मनन लई राजी नहीं? बाबा कबीर साहिब ने फैसला दे दिता, सच्चा गुरु भी की कर सकता है जो सिखां दे विच ही चूक है, सिखां दे विच ही अधूरापन है। अंधे एक ना लग गई जो बांस बजाईए फूक। एक कन राही सिख सुनता है, दूजे कन राही बाहर कढ़ दिन्ने आ, अंदर ते टिकिया ही नहीं शब्द, फिर जीवन किवें बदल जावे? जीवन किवें बदल जावे? शब्द ते अंदर टिकिया नहीं। चलो मैं भी शब्द कह दिना है, मैं भी अधूरा हो सकता है, कथा करन वाला अधूरा हो सकता है, रागी सिंगर कीर्तन करन वाला अधूरा हो सकता है, पर मेरा गुरु थोड़ा अधूरा है। गुरु तो पूरा है, वो तो पूरा है, ओदियां ते पूरियां गल्लां ने, ओदियां ते पूरियां बातां ने, ते पूरे नाल जुड़ के फिर पूरे हो जाना चाहिए सी, क्यों नहीं होए? बाबा कबीर साहब कहंदे साडे च चूक है, साडे च बड़ा वड्डा अधूरापन है। शब्द सुन लैने आ पर हिरदे दे विच थां नहीं दिंदे, चंगी गल नूं दूजे कंन थाणी बाहर कढ़ दिन्ने आ। गुरु साहिब कहंदे ने तुद ध्यान वेद कतेबा सण खड़े। ऐ दाता तेनू वेद कतेब ध्याउंदे ने, गणती गणी ना जाए तेरे दर पड़े। गिणती नहीं की जा सकती उन्हां दी, पता नहीं किन्ने क तेरे दर ते आके डिगे ने, किन्ने सीस नवाए ने। ब्रह्मे तुद ध्यान, ਜਿਹੜੇ वेदां दे रचयित है, जिन्हां नूं कहंदे दुनिया बनाउण वाले, ब्रह्मा वर्गियां ने भी तैनूं ध्याया है। ब्रह्मे तुद ध्यान इंद्र इंद्रासना, ते तख्त ते बैठा होया इंद्र, इंद्र दी सभा दे विच जिन्ने बैठे ने वो सारे दाता तैनूं ध्याउंदे ने। शंकर विष्णु अवतार, शिवजी वर्गे, विष्णु वर्गे, ये जिन्ने अवतार होए ने, 24 अवतार जिहड़े कहंदे मन्ने जांदे ने ना, हर जस मुख भणा, वो अपने मुख दे विचों तेरा जस गायन करते हैं। पीर पिकांबर सेख ये वीर होए ने, अवतारी पुरुष होए ने, पिकांबर शेख होए ने, मसायक औलीए, ये जिन्ने भी ने, ये दाता कई शेख, ये पैगंबर, ये पीर, इन्हां सारियां ने तैनूं ध्याया है। ओत पोत निरंकार, ओत पोत हो जाना, एक मिक हो जाना, जिवें जिन्हों कहने ताना पेटा, एक मिक हो जाना। ओत
ਪੋਤ ਨਿਰੰਕਾਰ ਘਟ ਘਟ ਮੌਲੀਏ। ਇਹ ਦਾਤਾ ਤੂੰ ਹਰੇਕ ਘਟਾਂ ਦੇ ਵਿੱਚ ਵਰਤ ਰਿਹਾ ਹੈ। ਓਤ ਪੋਤ ਹੈ, ਇਹ ਜਿੰਨਾ ਤਾਣਾ ਪੇਟਾ ਸਾਰਾ ਤੇਰੇ ਕਰਕੇ ਹੈ ਤੇ ਤੂੰ ਵਿੱਚ ਵਰਤ ਰਿਹਾ ਹੈ। ਤੇ ਸਾਰੀ ਖਲਕਤ ਤੇਰੇ ਕਰਕੇ ਮੌਲੀ ਹੈ ਤੇ ਤੂੰ ਆਪ ਇਹਨਾਂ ਦੇ ਵਿੱਚ ਮੌਲ ਰਿਹਾ ਹੈ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਕੂੜੋ ਕਰੇ ਵਿਨਾਸ਼ ਧਰਮੈ ਤੱਗੀ ਹੈ। ਗੁਰੂ ਸਾਹਿਬ ਕਹਿੰਦੇ ਨੇ ਝੂਠ ਦੇ ਰਸਤੇ ਤੇ ਚੱਲਣ ਵਾਲੇ ਬੰਦੇ ਆਪਣਾ ਜੀਵਨ ਬਰਬਾਦ ਕਰਕੇ ਚਲੇ ਜਾਂਦੇ ਨੇ। ਸੱਚ ਤੇ ਚੱਲਣ ਵਾਲੇ ਲੋਕ ਆਪਣੇ ਜੀਵਨ ਨੂੰ ਸਵਾਰ ਕੇ ਚਲੇ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕੂੜੋ ਕਰੇ ਵਿਨਾਸ਼ ਧਰਮੇ ਤੱਗੀ ਹੈ। ਜਿਤ ਜਿਤ ਲਾਹੇ ਆਪ। ਫਿਰ ਅਖੀਰ ਤੇ ਨਬੇੜਾ ਕਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਕਿਸੇ ਨੂੰ ਕੀ ਦੋਸ਼ ਦੇਣਾ ਹੈ ਦਾਤਾ, ਇਹ ਤੇਰੀ ਖਲਕਤ ਹੈ, ਇਹ ਤੇਰੀ ਕੁਦਰਤ ਹੈ, ਤੇਰੇ ਬਣਾਏ ਹੋਏ ਜੀਵ ਨੇ। ਤੂੰ ਇੱਕ ਖੇਡ ਤਮਾਸ਼ਾ ਹੀ ਇਦਾਂ ਦਾ ਬਣਾਇਆ। ਕੋਈ ਇੱਥੇ ਮਨਮੁਖ ਬਿਰਤੀ ਦੇ ਵਿੱਚ ਤੁਰਿਆ ਫਿਰਦਾ ਹੈ, ਕੋਈ ਗੁਰਮੁਖ ਬਿਰਤੀ ਦੇ ਵਿੱਚ ਤੁਰਿਆ ਫਿਰਦਾ ਹੈ, ਕੋਈ ਇੱਥੇ ਭੈੜੀ ਮੱਤ ਲੈ ਕੇ ਚੱਲਦਾ ਹੈ, ਕੋਈ ਸੁਚੱਜੀ ਲੈ ਕੇ ਚੱਲਦਾ ਹੈ। ਤੇ ਤੇਰੀ ਬਖਸ਼ਿਸ਼ ਤੋਂ ਬਿਨਾਂ ਸੁਚੱਜੀ ਮੱਤ ਧਾਰ ਨਹੀਂ ਹੁੰਦੀ। ਦਾਤਾ ਮੈਂ ਕਿਸੇ ਨੂੰ ਕਸੂਰ ਨਹੀਂ ਦਿੰਦਾ। ਅਖੀਰ ਤੇ ਫਿਰ ਸ਼ਬਦ ਕਹਿੰਦੇ ਨੇ ਜਿਤ ਜਿਤ ਲਾਹੇ ਆਪ। ਜਿਸ ਪਾਸੇ ਤੂੰ ਕਿਸੇ ਨੂੰ ਲਾਇਆ ਹੈ ਨਾ, ਤਿਤ ਤਿਤ ਲੱਗੀ ਹੈ, ਉਸ ਪਾਸੇ ਜੀਵ ਲੱਗਾ ਹੋਇਆ ਹੈ, ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਹੁਣ ਥੋੜੀ ਜੀ ਬਸ ਮੈਂ ਗੱਲ ਕਹਿ ਕੇ ਸਮਾਪਤੀ ਕਰ ਦੇਵਾਂ, ਸਮਾਂ ਹੋ ਗਿਆ। ਲੱਗੇ ਕਿਵੇਂ ਆ? ਸਾਡੇ ਕਰਮ ਨੇ। ਸਭ ਤੋਂ ਪਹਿਲਾਂ ਬੰਦੇ ਦੇ ਮਨ ਦੀ ਸੋਚ ਹੈ। ਜਿਹੋ ਜੀ ਸੋਚ ਹੁੰਦੀ ਉਹੋ ਜਿਹਾ ਸੁਭਾਅ ਬਣਦਾ ਹੈ। ਜਿਹੋ ਜਿਹਾ ਸੁਭਾਅ ਬਣਦਾ ਉਹੋ ਜਿਹਾ ਕਰਮ ਬਣਦਾ ਹੈ। ਜਿਹੋ ਜਿਹਾ ਕਰਮ ਹੁੰਦਾ ਉਹੋ ਜਿਹੇ ਸੰਸਕਾਰ ਬਣਦੇ ਨੇ। ਜਿਹੋ ਜਿਹੇ ਸੰਸਕਾਰ ਬਣਦੇ ਨੇ ਮੱਥੇ ਦੇ ਲੇਖ ਬਣਦੇ ਨੇ। ਫਿਰ ਆਪਾਂ ਕਹਿ ਦਿੰਦੇ ਇਹ ਤੇ ਮੇਰੇ ਮੱਥੇ ਦੀਆਂ ਲਕੀਰਾਂ ਹੀ ਇਦਾਂ ਦੀਆਂ ਨੇ, ਤੂੰ ਕਰਮ ਹੀ ਇਦਾਂ ਦੇ ਕੀਤੇ ਨੇ, ਪਰਮਾਤਮਾ ਨੇ ਫਲ ਫਿਰ ਤੈਨੂੰ ਉਵੇਂ ਦਾ ਹੀ ਦਿੱਤਾ ਹੈ। ਮੈਂ ਅਖੀਰ ਤੇ ਵਿੱਚ ਗੱਲ ਕਹਿ ਕੇ ਸਮਾਪਤੀ ਕਰ ਦੇਵਾਂ। ਜਿਤ ਜਿਤ ਲਾਹੇ ਆਪ। ਲਾਇਆ ਤੈਨੂੰ ਪਰਮਾਤਮਾ ਨਹੀਂ ਹੈ। ਜੇ ਪੁੱਠੇ ਪਾਸੇ ਲੱਗਾ ਲਾਇਆ ਤੈਨੂੰ ਉਹਨੇ ਹੀ ਹੈ, ਪਰ ਤੇਰੇ ਕਰਮਾਂ ਕਰਕੇ ਲਾਇਆ। ਤੂੰ ਜਿਹੋ ਜਿਹਾ ਬੀਜ ਬੀਜਿਆ ਉਹੋ ਜਿਹਾ ਫਲ ਤੈਨੂੰ ਪਰਮਾਤਮਾ ਨੇ ਦਿੱਤਾ। ਲਾਉਣ ਵਾਲਾ ਉਹ ਹੈ। ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀ ਹੈ। ਗੁਰੂ ਸਾਹਿਬ ਕਹਿੰਦੇ ਉਸ ਪਾਸੇ ਲੋਕ ਦੁਨੀਆ ਲੱਗੀ ਹੋਈ ਹੈ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕਥਾ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋਈਆਂ। ਆਪ ਸੰਗਤ ਬਖਸ਼ਣਯੋਗ ਹੋ। ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੀਚਗੰਜ ਸਾਹਿਬ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੇਵਾਦਾਰਾਂ ਦਾ, ਗ੍ਰੰਥੀ ਸਾਹਿਬਾਨਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਵਾਏ ਨੇ। ਕਥਾ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਭੁੱਲਾਂ ਇਸ ਗਰੀਬ ਦੀ ਝੋਲੀ ਦੇ ਵਿੱਚ ਪਾਇਓ। ਗੁਰੂ ਕੇ ਬਚਨ ਪੱਲੇ ਬੰਨ੍ਹ ਕੇ ਆਪ ਜੀ ਨੇ ਆਪਣੇ ਹਿਰਦੇ ਦੇ ਵਿੱਚ ਟਿਕਾਉਣ ਦਾ ਯਤਨ ਕਰਨਾ। ਅਰਦਾਸ ਕਰਿਓ ਜੋ ਕਹਿੰਦੇ ਹਾਂ ਉਸ ਦੇ ਧਾਰਨੀ ਹੋ ਜਾਈਏ। ਸਮੇਂ ਦੀ ਸਮਾਪਤੀ ਹੈ ਜੀ, ਕਥਾ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।